ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਡਾਰੀ ਵਿਦੇਸ਼ਾਂ ਨੂੰ। ਸੋ ਲੇਟੈਸਟ ਅਪਡੇਟਸ ਦੀ ਗੱਲ ਕਰਾਂਗੇ ਕਿਉਂਕਿ ਕੈਨੇਡਾ ਨੂੰ ਲੈ ਕੇ ਸਟੂਡੈਂਟਸ ਦੇ ਬਹੁਤ ਸਾਰੇ ਸਵਾਲ ਨੇ। ਪੀਟੀ ਵਾਲਿਆਂ ਦੀ ਵੀ ਗੱਲ ਜ਼ਰੂਰ ਕਰਾਂਗੇ, ਨਾਲ ਦੀ ਨਾਲ ਯੂਐਸ ਔਰ ਜਰਮਨੀ ਦੀ ਆਪਸ਼ਨਸ ਦੇ ਉੱਪਰ ਵੀ ਸਟੂਡੈਂਟਸ ਨੂੰ ਜ਼ਰੂਰ ਅੱਜ ਦੇ ਸ਼ੋਅ ਵਿੱਚ ਕਾਫੀ ਅਹਿਮ ਜਾਣਕਾਰੀ ਮਿਲਣ ਵਾਲੀ ਹੈ ਤੇ ਇੱਕ ਖਾਸ ਗੱਲਬਾਤ, ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਇਸ ਸ਼ੋਅ ਦੇ ਜ਼ਰੀਏ ਸਾਂਝੀ ਕਰਨਗੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਡਾਇਰੈਕਟਰ ਮਿਸਟਰ ਜਸਮੀਤ ਭਾਟੀਆ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਜ਼ਰੂਰ ਕੈਨੇਡਾ ਦੀ ਹੀ ਕਰਾਂਗੇ, ਪਰ ਨਾਲ ਦੀ ਨਾਲ ਸੈਮੀਨਾਰਸ ਦੀ ਵੀ ਗੱਲ ਜ਼ਰੂਰ ਕਰਾਂਗੇ ਜਿਹੜੇ ਕਿ ਲੈਂਡਮਾਰਕ ਇਮੀਗ੍ਰੇਸ਼ਨਸ ਵੱਲੋਂ ਆਰਗੇਨਾਈਜ਼ ਕੀਤੇ ਜਾ ਰਹੇ ਨੇ। ਸੋ ਮੈਂ ਜ਼ਰੂਰ ਚਾਹੂੰਗੀ ਕਿ ਪਹਿਲਾਂ ਤੁਸੀਂ ਸਟੂਡੈਂਟਸ ਨੂੰ ਜ਼ਰੂਰ ਦੱਸੋ ਡੇਟਸ ਔਰ ਕਿੱਥੇ ਕਿੱਥੇ ਇਹ ਸੈਮੀਨਾਰ ਹੋਣ ਜਾ ਰਹੇ ਨੇ ਔਰ ਕੀ ਕੁਝ ਖਾਸ ਰਹਿਣ ਵਾਲਾ ਇਹਨਾਂ ਸੈਮੀਨਾਰਸ ਦੇ ਵਿੱਚ। ਸੋ ਸਟੂਡੈਂਟਸ ਬਹੁਤ ਵੱਡੇ ਪੱਧਰ ਤੇ ਅਸੀਂ ਸਟੱਡੀ ਵੀਜ਼ਾ ਸੈਮੀਨਾਰ ਕਰਨ ਜਾ ਰਹੇ ਹਾਂ। ਸੋ ਲੈਂਡਮਾਰਕ ਇਮੀਗ੍ਰੇਸ਼ਨ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਇੱਕ ਜੈਨੂਇਨ ਗਾਈਡੈਂਸ ਸਟੂਡੈਂਟਸ ਤੱਕ ਪਹੁੰਚ ਸਕੇ। ਸੋ ਸੈਮੀਨਾਰ ਤਾਂ ਬਹੁਤ ਸਾਰੇ ਹੁੰਦੇ ਆ, ਲੋਕ ਬਹੁਤ ਜ਼ਿਆਦਾ ਪ੍ਰਚਾਰ ਵੀ ਕਰਦੇ ਆ, ਬਟ ਸੈਮੀਨਾਰ ਉਹੀ ਵਧੀਆ ਜਿੱਥੇ ਤੁਸੀਂ ਕਾਲਜ ਰਿਪਰੈਜ਼ੈਂਟੇਟਿਵਸ ਨੂੰ ਮਿਲ ਸਕੋ ਜਾਂ ਜਿਹੜੇ ਕੰਪਨੀ ਦੇ ਡਾਇਰੈਕਟਰਸ ਹੈ ਜਾਂ ਸੀਨੀਅਰ ਟੀਮ ਹੈ ਤੁਸੀਂ ਉਹਨਾਂ ਨੂੰ ਮਿਲ ਸਕੋ, ਤਾਂ ਕਿ ਤੁਹਾਨੂੰ 1 to 1 ਇੱਕ ਕਾਉਂਸਲਿੰਗ ਮਿਲ ਸਕੇ ਕਿ ਤੁਹਾਡਾ ਕੇਸ ਕਿੱਦਾਂ ਦਾ ਹੈ, ਕਿਹੜੇ ਕੰਟਰੀ ਲਈ ਤੁਸੀਂ ਐਲੀਜੀਬਲ ਹੈਗੇ ਹੋ, ਕਿਹੜੇ ਕੰਟਰੀ ਤੁਸੀਂ ਜਾ ਸਕਦੇ ਹੋ। ਸੋ ਜਿਹੜੇ ਸਾਡੇ ਸੈਮੀਨਾਰਸ ਹੋਣ ਵਾਲੇ ਆ, ਸੋ ਉਹਨਾਂ ਦਾ ਪਰਪਸ ਇੱਕੋ ਹੀ ਹੈ, ਇਨਫੋਰਮੇਸ਼ਨ ਦੇਣਾ ਔਰ ਇੱਕ ਸਹੀ ਇਨਫੋਰਮੇਸ਼ਨ ਦੇਣਾ, ਸਟੂਡੈਂਟਸ ਤੱਕ ਪਹੁੰਚਾਉਣਾ ਕਿ ਸਟੂਡੈਂਟਸ ਕਿੱਥੇ ਤੁਸੀਂ ਐਲੀਜੀਬਲ ਹੈਗੇ ਹੋ। ਨੋਰਮਲੀ ਹੁਣ ਇੱਕ ਤਾਂ ਬਹੁਤ ਵੱਡੀ ਕਨਫਿਊਜ਼ਨ ਆ, ਜਿਵੇਂ ਅਸੀਂ ਡਿਸਕਸ ਕਰ ਰਹੇ ਸੀ ਕਿ ਇੱਕ 'ਚ 5.5 ਬੈਂਡ ਵਾਲਿਆਂ ਦੇ ਵੀਜ਼ਾ ਕਿੰਨੇ ਕੁ ਪਰਸੈਂਟੇਜ ਆਉਂਦੇ। ਸੋ ਇੱਕ 'ਚ 5.5 ਬੈਂਡ ਵਾਲੇ ਕੈਨੇਡਾ ਨਾ ਹੀ ਅਪਲਾਈ ਕਰਨ ਤਾਂ ਅੱਛਾ ਹੈ। 50-50 ਚਾਂਸ ਹੈਗਾ ਜਦੋਂ ਤੁਸੀਂ ਅਪਲਾਈ ਕਰਦੇ ਹੈਗੇ ਹੋ। ਸੋ ਬਹੁਤ ਘੱਟ ਚਾਂਸਿਸ ਹੈ, ਬਟ ਜੇ 6 ਈਚ ਬੈਂਡ ਹੈ ਤਾਂ ਬਹੁਤ ਹੀ ਬਰਾਈਟ ਚਾਂਸਿਸ ਹੈਗੇ ਆ। ਸਾਡੇ ਕੋਲ ਓਵਰਆਲ 50% 'ਤੇ ਵੀ 6 ਈਚ ਦੇ ਨਾਲ ਬਹੁਤ ਸਾਰੇ ਵੀਜ਼ਾਸ ਹੈ। ਗੈਪ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਹੈ, ਚਾਹੇ ਜਿੰਨਾ ਮਰਜ਼ੀ ਗੈਪ ਹੈ, ਚਾਹੇ ਜਿੰਨਾ ਮਰਜ਼ੀ ਐਕਸਪੀਰੀਅੰਸ ਹੈ, ਤਾਂ ਵੀ ਸਟੂਡੈਂਟਸ ਨੂੰ ਵੀਜ਼ਾ ਮਿਲ ਰਹੇ ਨੇ। ਬਟ ਦ ਓਨਲੀ ਰਿਕੁਆਇਰਮੈਂਟ ਫॉर ਕੈਨੇਡਾ ਇਜ਼ 6 ਈਚ। ਸੋ 21 ਅਪ੍ਰੈਲ ਤੋਂ ਸਾਡੇ ਸੈਮੀਨਾਰ ਹੋਣ ਵਾਲੇ ਆ। 21 ਅਪ੍ਰੈਲ ਨੂੰ ਸਾਡਾ ਸੈਮੀਨਾਰ ਹੈ ਕਰਨਾਲ 'ਚ ਹੋਟਲ ਜਿਊਲਸ 'ਚ। 24 ਅਪ੍ਰੈਲ ਨੂੰ ਸਾਡਾ ਸੈਮੀਨਾਰ ਹੈ ਚੰਡੀਗੜ੍ਹ 'ਚ ਹੋਟਲ JW ਮੈਰੀਅਟ 'ਚ। ਐਂਡ 25 ਅਪ੍ਰੈਲ ਨੂੰ ਸਾਡਾ ਸੈਮੀਨਾਰ ਹੈ ਲੁਧਿਆਣਾ ਹੋਟਲ ਪਾਰਕ ਪਲਾਜ਼ਾ 'ਚ। 26 ਅਪ੍ਰੈਲ ਨੂੰ ਸਾਡਾ ਸੈਮੀਨਾਰ ਹੈ ਜਲੰਧਰ 'ਚ ਹੋਟਲ ਕਿੰਗਸ 'ਚ। ਐਂਡ 27 ਅਪ੍ਰੈਲ ਨੂੰ ਸਾਡਾ ਸੈਮੀਨਾਰ ਹੈ ਅੰਮ੍ਰਿਤਸਰ 'ਚ ਐਂਡ ਹੋਟਲ HK ਕਲਾਕਸਿਨ 'ਚ। ਸੋ ਤੁਸੀਂ ਇਹਨਾਂ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ, ਮੈਨੂੰ ਮਿਲ ਸਕਦੇ ਹੋ। ਕੋਈ ਵੀ ਤੁਹਾਡਾ ਡਾਊਟ ਹੈ ਉਹ ਕਲੀਅਰ ਕਰ ਸਕਦੇ ਹੋ। ਕੋਈ ਵੀ ਤੁਹਾਡੇ ਮਨ 'ਚ ਜਿੱਦਾਂ ਨਾ ਕੋਈ ਗੈਪ ਹੈਗਾ, ਟਫ ਕੇਸ ਹੈ, ਕਿਸੇ 'ਚ ਨੰਬਰ ਘੱਟ ਹੈ ਬਟ ਅਸੈਸਮੈਂਟ ਕਰਾਉਣਾ ਚਾਹੁੰਦੇ ਹੋ, ਤਾਂ ਤੁਸੀਂ ਮੈਨੂੰ ਮਿਲ ਸਕਦੇ ਹੋ ਐਂਡ ਆਪਣੇ ਸਾਰੇ ਡਾਊਟ ਕਲੀਅਰ ਕਰ ਸਕਦੇ ਹੋ। ਜੀ 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 ਬਿਲਕੁਲ। ਸੋ ਤੁਸੀਂ ਇਹ ਡੇਟਸ ਮੈਂ ਸਟੂਡੈਂਟਸ ਨੂੰ ਜ਼ਰੂਰ ਚਾਹੂੰਗੀ ਕਿ ਤੁਸੀਂ ਧਿਆਨ ਵਿੱਚ ਰੱਖੋ, ਜਿੱਥੇ ਤੁਹਾਨੂੰ ਨੇੜੇ ਲੱਗਦਾ ਹੈ ਉੱਥੇ ਤੁਸੀਂ ਪਹੁੰਚ ਕੇ ਇਹਨਾਂ ਸੈਮੀਨਾਰਸ ਦਾ ਹਿੱਸਾ ਬਣ ਕੇ ਇੱਕ ਚੰਗੀ ਆਪਸ਼ਨਸ ਤੁਹਾਨੂੰ ਜ਼ਰੂਰ ਪਤਾ ਚੱਲ ਸਕਦੀਆਂ ਨੇ। ਸੋ ਸਕਰੋਲ ਦੇ ਵਿੱਚ ਵੀ ਤੁਸੀਂ ਦੇਖ ਪਾ ਰਹੇ ਹੋ ਤੇ ਆਪਾਂ ਟੀਵੀ ਸਕਰੀਨ ਤੇ ਬਾਰ-ਬਾਰ ਨਾਲ ਵਿੱਚ ਡੇਟਸ ਔਰ ਵੈਨਿਊ ਜੋ ਹੈ ਮੈਂਸ਼ਨ ਕਰ ਰਹੇ ਹਾਂ ਤਾਂ ਕਿ ਤੁਸੀਂ ਇਹ ਨੋਟ ਕਰਕੇ ਰੱਖ ਲਓ। ਤੇ ਮੈਂ ਅੱਗੋਂ ਆਪਾਂ ਜਿਵੇਂ ਹੁਣ ਤੁਸੀਂ ਕਲੀਅਰ ਕਰ ਹੀ ਦਿੱਤਾ ਕਿ 5.5 ਬੈਂਡ ਵਾਲਿਆਂ ਨੂੰ ਲੈ ਕੇ ਸਟੂਡੈਂਟਸ ਦਾ ਮਾਈਂਡ ਕਲੀਅਰ ਹੋ ਜਾਣਾ ਚਾਹੀਦਾ ਕਿ ਹੁਣ 5.5 ਬੈਂਡ ਨਾਲ ਅਸੀਂ ਕੈਨੇਡਾ ਅਪਲਾਈ ਨਹੀਂ ਕਰਨਾ ਹੈ। ਪਰ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕੈਨੇਡਾ ਤੋਂ ਲਗਾਤਾਰ ਜੀ ਬਹੁਤ ਵਧੀਆ ਜਲਦੀ ਰਿਜ਼ਲਟਸ ਆ ਰਹੇ ਨੇ, ਬਹੁਤ ਪੋਜ਼ਿਟਿਵ ਰਿਜ਼ਲਟਸ ਆ ਰਹੇ ਨੇ, ਤਾਂ ਉਸ ਨੂੰ ਬੜਾ ਐਵੇਂ ਦੇਖਿਆ ਜਾਂਦਾ ਕਿ ਅੱਛਾ ਇੰਨਾ ਲੀਨੀਅਟ ਹੈ ਕੈਨੇਡਾ, ਤਾਂ ਸ਼ਾਇਦ 5.5 ਨਾਲ ਵੀ ਅਪਲਾਈ ਤੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜੋ ਹੈ 5.5 ਬੈਂਡ ਨਾਲ ਫਾਈਲਿੰਗ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਰਿਫਿਊਜ਼ਲਸ ਵੀ ਫੇਸ ਕਰਨੇ ਪੈਂਦੇ ਆ। ਸੋ ਮੈਂ ਜ਼ਰੂਰ ਜਿਹੜੇ ਫਰੈਸ਼ ਹੁਣ ਸਟੂਡੈਂਟਸ ਨੇ ਆਪਣੀ ਫਾਈਲ ਲਗਾਉਣੀ ਹੈ ਕੈਨੇਡਾ ਲਈ, ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰ ਰਹੇ ਹੋ? 5.5 ਬੈਂਡ ਵਾਲਾ ਤਾਂ ਕਲੀਅਰ ਹੋ ਗਿਆ, ਇਸ ਤੋਂ ਬਾਅਦ ਹੋਰ ਕਿਹੜੀ ਗੱਲਾਂ ਦਾ ਜ਼ਰੂਰ ਧਿਆਨ ਰੱਖਣ ਤੇ ਉਸੇ ਤਰ੍ਹਾਂ ਨਾਲ ਫਾਈਲਿੰਗ ਸਟੂਡੈਂਟਸ ਜਿਹਨਾਂ ਸੈਮੀਨਾਰ ਦੇ ਵਿੱਚ ਜਿਹੜੇ ਨੁਮਾਇੰਦੇ ਪਾਰਟਿਸਿਪੇਟ ਕਰਨਗੇ ਉਹ ਸਰਕਾਰੀ ਕਾਲਜਿਸ ਦੇ ਰਿਪਰੈਜ਼ੈਂਟੇਟਿਵਸ ਹੋਣਗੇ, ਜਿਵੇਂ ਕਿ ਕੀ ਕਹਿੰਦੇ ਆ ਕੋਨਸਟੋਗਾ ਕਾਲਜ, ਅਲਗੋਂਕਿਨ ਕਾਲਜ, ਸੇਂਟ ਕਲੇਅਰ ਕਾਲਜ, ਸੂ ਕਾਲਜ, ਲੈਂਪਟਨ ਕਾਲਜ। ਸੋ ਜਿਹੜੇ ਵੀ ਕਾਲਜ ਜਿਹੜੇ ਨੁਮਾਇੰਦੇ ਇਹਨਾਂ ਸੈਮੀਨਾਰ 'ਚ ਸਾਡੇ ਹਿੱਸਾ ਲੈਣਗੇ, ਸੋ ਸਰਕਾਰੀ ਕਾਲਜ ਦੇ ਨੁਮਾਇੰਦੇ ਹੋਣਗੇ। ਯੂਨੀਵਰਸਿਟੀ ਆਫ ਕੈਨੇਡਾ ਵੈਸਟ, ਯੂਨੀਵਰਸਿਟੀ ਫਰੇਜ਼ਰ ਵੈਲੀ ਤੋਂ ਵੀ ਇੱਥੇ ਪਾਰਟਿਸਿਪੇਟ ਕਰਨਗੇ। ਸੋ ਬਹੁਤ ਲੰਬੀ ਲਿਸਟ ਹੈ, ਹੱਲੇ ਕਾਫੀ ਸਾਰੀ ਸਾਡੀ ਪਾਰਟਿਸਪੇਸ਼ਨ ਜਿਹੜੀ ਹੈਗੀ ਹੈ ਉਹ ਲਿਸਟ ਤਿਆਰ ਹੋ ਰਹੀ ਹੈ ਔਰ ਸਟੂਡੈਂਟਸ ਦੇ ਨਾਲ ਲਗਾਤਾਰ ਸਾਡੀ ਕੀ ਕਹਿੰਦੇ ਆ ਇਹੀ ਗੱਲਬਾਤ ਚੱਲ ਰਹੀ ਹੈ ਕਿ ਜਦੋਂ ਅਸੀਂ ਕਾਲਜ ਦੇ ਨੁਮਾਇੰਦਿਆਂ ਨੂੰ ਡਾਇਰੈਕਟਲੀ ਮਿਲਾਂਗੇ ਤਾਂ ਸਾਨੂੰ ਬਹੁਤ ਡਾਊਟਸ ਕਲੀਅਰ ਹੋਣਗੇ ਕਿ ਜਿਹੜੇ ਕਾਲਜਿਸ ਦੀ ਰਿਕੁਆਇਰਮੈਂਟ 6 ਈਚ ਹੈ ਤਾਂ ਆਪਾਂ ਗਵਰਨਮੈਂਟ ਕਾਲਜ 'ਚ ਅਪਲਾਈ ਕਰਨਾ ਤਾਂ 6 ਈਚ ਦੇ ਨਾਲ ਹੀ ਆਪਾਂ ਅਪਲਾਈ ਕਰੀਏ। ਦੂਜੀ ਚੀਜ਼ ਹੈ
ਕਿਸੇ ਪਾਰਟਿਕੂਲਰ ਕੋਰਸਿਸ ਜਿਵੇਂ ਪ੍ਰੈਕਟੀਕਲ ਨਰਸਿੰਗ ਦੀ ਅਸੀਂ ਗੱਲ ਕਰੀਏ ਤਾਂ 7.5 ਬੈਂਡ ਵੀ ਰਿਕੁਆਇਰਮੈਂਟ ਹੈਗੀ ਹੈ ਨਾਰਥਵੈਸਟ ਕਾਲਜ ਦੀ, 6.5 ਬੈਂਡ ਵੀ ਕੁਝ ਕਾਲਜ ਦੀ ਰਿਕੁਆਇਰਮੈਂਟ ਹੈਗੀ ਹੈ। ਸੋ ਪਾਰਟਿਕੂਲਰਲੀ ਕਿਹੜੇ ਕਾਲਜ ਦੀ ਕਿੰਨੀ ਰਿਕੁਆਇਰਮੈਂਟ ਹੈਗੀ ਹੈ, ਕੀ ਪਰਸੈਂਟੇਜ ਹੈ, ਸੋ ਕਾਲਜ ਦੇ ਨੁਮਾਇੰਦੇ ਨੂੰ ਅਸੀਂ ਡਾਇਰੈਕਟ ਮਿਲ ਕੇ ਉਹ ਡਾਊਟ ਆਪਣੇ ਕਲੀਅਰ ਕਰ ਸਕਦੇ ਹਾਂ। ਸੋ ਤੁਸੀਂ ਮੈਨੂੰ ਵੀ ਮਿਲ ਸਕਦੇ ਹੋ, ਅਸੀਂ ਵੀਜ਼ਾ ਬਾਰੇ ਗੱਲ ਕਰ ਸਕਦੇ ਹਾਂ ਕਿ ਵੀਜ਼ਾ ਪ੍ਰੋਸੈਸ ਕਿੱਦਾਂ ਦਾ ਜਾਂ ਵੀਜ਼ਾ ਕਿੱਦਾਂ ਦੇ ਚੱਲ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਨੂੰ ਕਲੈਰਿਟੀ ਨਾਲ ਮਿਲ ਜਾਂਦੀਆਂ ਤਾਂ ਆਪਾਂ ਨੂੰ ਇੱਕ ਕੌਨਫੀਡੈਂਸ ਆ ਜਾਂਦਾ ਹੈ। ਸੋ ਨੋਰਮਲੀ ਕਿਸੇ ਕਾਲਜ ਨੂੰ ਆਪਾਂ ਕਹਿੰਦੇ ਹਾਂ ਕਿ ਤੁਹਾਡੀ ਆਫਰ ਲੈਟਰ ਕਿੰਨੇ ਦਿਨਾਂ 'ਚ ਆ ਜਾਏਗੀ। ਸੋ ਯੂ ਨੋ ਕਿ ਆਫਰ ਲੈਟਰ ਕਿੰਨੇ ਦਿਨਾਂ ਵਿੱਚ ਆ ਜਾਏਗੀ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਚੀਜ਼ ਕਿੰਨੇ ਦਿਨਾਂ 'ਚ ਆ ਜਾਏਗੀ। ਜਾਂ ਤੁਹਾਡੀ ਆਫਰ ਲੈਟਰ ਜਦੋਂ ਆਏਗੀ ਉਹ ਕਾਫੀ ਸਾਰੇ ਬੱਚੇ ਮੈਨੂੰ ਇੱਦਾਂ ਦਾ ਵੀ ਹਰਜੋਤ ਪੁੱਛ ਲੈਂਦੇ ਕਿ ਇਹ ਜਿਹੜੀ ਆਫਰ ਲੈਟਰ ਹੈ ਸਰ ਤੁਸੀਂ 2 ਦਿਨ 'ਚ ਮੰਗਾਤੀ ਅਤੇ ਅਸੀਂ ਦੂਜੇ ਪਾਸੇ 3 ਮਹੀਨੇ ਹੋ ਗਏ ਸਾਡੀ ਆਈ ਨਹੀਂ, ਸਰ ਇਹ ਜੈਨੂਇਨ ਹੈ। ਸੋ ਨੋਰਮਲੀ ਸਟੂਡੈਂਟਸ ਦੱਸਾਂਗੇ ਅਸੀਂ ਈਮੇਲ ਆਈਡੀ ਸਟੂਡੈਂਟਸ ਦਾ ਹੀ ਪਾਉਂਦੇ ਹਾਂ ਕਾਲਜ ਦੇ, ਜਦੋਂ ਅਸੀਂ ਅਪਲਾਈ ਕਰਦੇ ਹਾਂ ਆਫਰ ਲੈਟਰ ਤਾਂ ਇੱਕ ਤੁਹਾਨੂੰ ਵੀ ਕਨਫਰਮੇਸ਼ਨ ਆਉਂਦੀ ਹੈ ਤੁਹਾਡੇ ਈਮੇਲ 'ਤੇ। ਸੋ ਇਹ ਬਹੁਤ ਜ਼ਿਆਦਾ ਸਟੂਡੈਂਟਸ ਨੇ ਖਿਆਲ ਰੱਖਣਾ ਹੈ ਕਿ ਆਪਣੀ ਜਿਹੜੀ ਈਮੇਲ ਆਈਡੀ ਹੈਗੀ ਹੈ ਉਹ ਆਪਣੀ ਹੀ ਪਾਉਣੀ ਹੈ, ਫ਼ੋਨ ਨੰਬਰ ਕਾਲਜ 'ਚ ਆਪਣਾ ਹੀ ਪਾਉਣਾ ਹੈ। ਨਾਰਮਲੀ ਕੀ ਹੁੰਦਾ ਕਿ ਆਪਾਂ ਈਮੇਲ ਆਈਡੀ ਕੰਸਲਟੈਂਟ ਆਪਣਾ ਬਣਾ ਕੇ ਪਾ ਦਿੰਦੇ ਹਾਂ, ਸੋ ਇਨਫੋਰਮੇਸ਼ਨ ਤੁਹਾਡੇ ਤੱਕ ਡਾਇਰੈਕਟਲੀ ਨਹੀਂ ਪਹੁੰਚਦੀ। ਸੋ ਇਹ ਸਾਰੀਆਂ ਚੀਜ਼ਾਂ ਦੇ ਜੇ ਆਪਾਂ ਖਿਆਲ ਰੱਖਾਂਗੇ, ਛੋਟੀਆਂ ਚੀਜ਼ਾਂ ਦਾ ਖਿਆਲ ਰੱਖਾਂਗੇ ਤਾਂ ਜਿਤੇ ਵੀ ਕੋਈ ਤੁਹਾਡੇ ਨਾਲ ਮਿਸਗਾਈਡੈਂਸ ਹੋਣ ਦਾ ਜਿਹੜਾ ਹੈਗਾ ਨਾ ਕੋਈ ਵੀ ਚਾਂਸ ਨਹੀਂ ਰਹੇਗਾ। ਨਹੀਂ ਤਾਂ ਅੱਜ ਦੀ ਡੇਟ 'ਚ ਜ਼ਿਆਦਾਤਰ ਸਟੂਡੈਂਟਸ, ਮੈਨੂੰ ਹੁਣੇ ਵੀ ਮੈਂ ਇੱਕ ਸਟੂਡੈਂਟ ਮਿਲ ਕੇ ਹਟਿਆ 4 ਵਾਰੀ ਰਿਫਿਊਜ਼ਲ ਲੈ ਚੁੱਕਿਆ, ਬਹੁਤ ਅੱਛੀ ਠੀਕ ਪ੍ਰੋਫਾਈਲ ਹੈ, 6.5 ਬੈਂਡ ਹੈ, 6.5 ਬੈਂਡ ਹੋਣ ਦੇ ਬਾਵਜੂਦ 4 ਵਾਰੀ ਰਿਫਿਊਜ਼ਲ ਲੈ ਚੁੱਕਿਆ, ਫਾਈਲ 'ਚ ਕੋਈ ਚੇਂਜ ਨਹੀਂ ਕੀਤਾ। ਸੋ ਗਾਈਡੈਂਸ ਸਹੀ ਨਹੀਂ ਮਿਲ ਪਾ ਰਹੀ। ਸੋ 4 ਵਾਰੀ ਆਪਾਂ ਇੱਕੋ ਕਾਲਜ 'ਚ ਲਾਤਾ, ਫਾਈਲ 'ਚ ਚੇਂਜ ਨਹੀਂ ਕਰ ਰਹੇ ਤਾਂ 4 ਵਾਰੀ ਰਿਫਿਊਜ਼ਲ ਮਿਲਣੀ ਹੈ। ਸੋ ਸਟੂਡੈਂਟਸ ਇਹੀ ਸਾਰਿਆਂ ਨੂੰ ਮੇਰੀ ਐਡਵਾਈਸ ਹੈ ਕਿ ਆਪਾਂ ਇੱਕ ਸਹੀ ਢੰਗ ਦੇ ਨਾਲ ਆਪਣੀ ਫਾਈਲ ਲਾਈਏ, ਸਹੀ ਤਰੀਕੇ ਨਾਲ ਲਾਈਏ। ਸੋ ਜਿਹੜੀ ਇਨਫੋਰਮੇਸ਼ਨ ਮਿਲ ਰਹੀ ਹੈ ਉਹ ਅਸੀਂ ਸੁਣਨਾ ਚਾਹੁੰਦੇ ਹਾਂ ਕਿ ਸਾਡੇ ਲਈ ਸਹੀ ਹੈ ਕਿ ਨਹੀਂ ਹੈ। ਦੇਖੋ ਇਨਫੋਰਮੇਸ਼ਨ ਤਾਂ ਬਹੁਤ ਲੋਕ ਦੇ ਰਹੇ ਨੇ, ਬਟ ਕਿਹੜੀ ਇਨਫੋਰਮੇਸ਼ਨ ਹੈਗੀ ਹੈ ਜੋ ਤੁਹਾਡੇ ਲਈ ਸਹੀ ਹੈਗੀ ਹੈ। ਸੋ ਲੈਂਡਮਾਰਕ ਇਮੀਗ੍ਰੇਸ਼ਨ ਹਮੇਸ਼ਾ ਹੀ ਇਹੀ ਸਹੀ ਇਨਫੋਰਮੇਸ਼ਨ ਦੇਣ ਦਾ ਜ਼ਿੰਮਾ ਸਾਡਾ ਔਰ ਅਸੀਂ ਸਹੀ ਇਨਫੋਰਮੇਸ਼ਨ ਸਟੂਡੈਂਟਸ ਨੂੰ ਦੇਵਾਂਗੇ। ਜੀ ਬਿਲਕੁਲ। ਦੇਖਿਓ ਕਿਉਂਕਿ ਆਪਸ਼ਨਸ ਬਹੁਤ ਸਾਰੀਆਂ ਹੁੰਦੀਆਂ, ਲੇਕਿਨ ਸਟੂਡੈਂਟਸ ਨੂੰ ਇੱਥੇ ਸਮਝਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਸ ਆਪਸ਼ਨ ਲਈ ਐਲੀਜੀਬਲ ਹੋ, ਤੇ ਇਹੀ ਸਹੀ ਮੈਚ ਤੁਹਾਡੇ ਲਈ ਇੱਕ ਚੰਗਾ ਕੰਸਲਟੈਂਟ ਬਣਾ ਕੇ ਦਿੰਦਾ। ਤੇ ਲੈਂਡਮਾਰਕ ਇਮੀਗ੍ਰੇਸ਼ਨਸ ਵੱਲੋਂ ਕਈ ਸਾਲਾਂ ਤੋਂ ਸਟੂਡੈਂਟਸ ਨੂੰ ਇਸੇ ਤਰੀਕੇ ਨਾਲ ਵਧੀਆ ਢੰਗ ਨਾਲ ਗਾਈਡ ਕੀਤਾ ਜਾਂਦਾ ਹੈ। ਸਟੂਡੈਂਟਸ ਵੀ ਉਸੇ ਰਸਤੇ 'ਤੇ ਚੱਲਦੇ ਨੇ ਤੇ ਆਪਣਾ ਸਟੱਡੀ ਵੀਜ਼ਾ ਹਾਸਲ ਜ਼ਰੂਰ ਕਰਦੇ ਨੇ। ਤੁਹਾਡਾ ਆਪਣਾ ਕੋਈ ਸਵਾਲ ਹੈ ਜੇਕਰ, ਲਗਾਤਾਰ ਲੈਂਡਮਾਰਕ ਇਮੀਗ੍ਰੇਸ਼ਨ ਦਾ ਨੰਬਰ ਵੀ ਡਿਸਪਲੇ ਕੀਤਾ ਹੋਇਆ ਸੀ, ਇਸ ਉੱਪਰ ਤੁਸੀਂ ਕਾਲ ਕਰਕੇ ਇਹਨਾਂ ਦੀ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਹੋ ਤਾਂ ਕਿ ਜੋ ਵੀ ਤੁਹਾਡੀ ਕੁਐਰੀਜ਼ ਨੇ ਤੁਸੀਂ ਜੋ ਹੈ ਖੁਦ ਸਾਰੀ ਗੱਲਬਾਤ ਕਰਕੇ ਪੁੱਛ ਸਕੋ। ਤੇ ਨਾਲ ਦੇ ਨਾਲ ਐਡਰੈਸ ਡਿਟੇਲਸ ਵੀ ਜੋ ਹੈ ਸਾਰੀ ਬ੍ਰਾਂਚਿਸ ਹੀ ਆਪਾਂ ਸਟਾਲ ਦੇ ਵਿੱਚ ਪਾਈਆਂ ਨੇ। ਤੁਹਾਨੂੰ ਜਿੱਥੇ ਨੇੜੇ ਲੱਗਦਾ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਜ਼ਰੂਰ ਕਰੋ, ਟਾਈਮਲੀ ਅਸੈਸਮੈਂਟ ਕਰਵਾਓ। ਸਪੈਸ਼ਲੀ ਆਪਾਂ ਜਿਹੜੇ ਹੁਣ ਸੈਮੀਨਾਰ ਦੀ ਗੱਲ ਕਰ ਰਹੇ ਹਾਂ ਜਿਹੜੇ ਕਿ 21 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਨੇ, ਇੱਥੇ ਵੀ ਤੁਸੀਂ ਜ਼ਰੂਰ ਪਹੁੰਚੋ। ਜਿਵੇਂ ਕਿ ਹੁਣੇ ਸਰ ਨੇ ਦੱਸਿਆ ਕਿ ਗਵਰਨਮੈਂਟ ਕਾਲਜਿਸ ਦੇ ਜਿਹੜੇ ਹੈ ਉੱਥੇ ਨੁਮਾਇੰਦੇ ਪਹੁੰਚਣਗੇ। ਸੋ ਬਹੁਤ ਚੰਗੀ ਆਪਸ਼ਨਸ ਔਰ ਤੁਹਾਡੇ ਫਿਊਚਰ ਨੂੰ ਬ੍ਰਾਈਟ ਕਰਨ ਵਾਲੀ ਆਪਸ਼ਨਸ ਤੁਹਾਨੂੰ ਉੱਥੇ ਮਿਲ ਸਕਦੀਆਂ ਨੇ। ਸੋ ਅੱਗੇ ਆਪਾਂ ਕੈਨੇਡਾ ਦੀ ਤਾਂ ਚਲੋ ਗੱਲ ਕਰ ਹੀ ਰਹੇ ਹਾਂ। ਸੋ ਹੁਣ US ਨੂੰ ਲੈ ਕੇ ਵੀ ਕਿ ਇੰਟਰਵਿਊਜ਼ ਦੀ ਡੇਟਸ ਜੋ ਹੈ ਹੁਣ ਮਿਲਣੀਆਂ ਸ਼ੁਰੂ ਹੋ ਗਈਆਂ ਨੇ। ਸਟੱਡੀ ਵੀਜ਼ਾ ਦੇ ਉੱਪਰ ਫੋਕਸ ਕੀਤਾ ਗਿਆ US ਵੱਲੋਂ। ਜ਼ਰੂਰ ਮੈਂ ਚਾਹੂੰਗੀ ਇਸ ਨੂੰ ਲੈ ਕੇ ਹੁਣ ਤੁਸੀਂ ਸਟੂਡੈਂਟਸ ਨੂੰ ਕੀ ਗਾਈਡ ਕਰਨਾ ਚਾਹੋਗੇ, ਕਿਉਂਕਿ ਸਟੂਡੈਂਟਸ ਕਈ ਇਸੇ ਲਈ ਵੀ ਅਪਲਾਈ ਨਹੀਂ ਕਰ ਰਹੇ ਸੀ ਕਿ ਇੰਟਰਵਿਊਜ਼ ਦੀ ਡੇਟ ਤਾਂ ਆ ਹੀ ਨਹੀਂ ਰਹੀ ਹੈ, ਮਿਲ ਨਹੀਂ ਰਹੀ ਹੈ, ਕੀ ਕਹੋਗੇ ਹੁਣ ਤੁਸੀਂ? ਤੁਸੀਂ ਦੇਖੋ ਸਟੂਡੈਂਟਸ ਡੇਟਸ ਮਿਲ ਰਹੀਆਂ ਨੇ, 4 to 5 ਮੰਥਸ ਦਾ ਸਮਾਂ ਜ਼ਰੂਰ ਲੱਗ ਰਿਹਾ। ਸੋ ਵਿਦਿਨ 4 to 5 ਮੰਥਸ ਤੁਹਾਨੂੰ ਡੇਟਸ ਮਿਲ ਰਹੀਆਂ ਨੇ, ਜਿਹੜਾ ਕਿ US ਹਾਈ ਕਮਿਸ਼ਨ ਨੇ ਵੀ ਕਿਹਾ ਕਿ ਆਉਣ ਵਾਲੇ ਸਮੇਂ 'ਚ ਜਿਹੜੀਆਂ ਅਪਾਇੰਟਮੈਂਟ ਡੇਟਸ ਹੈਗੀਆਂ ਉਹ ਛੇਤੀ ਮਿਲਣਗੀਆਂ, ਹੋਰ ਜਲਦੀ ਮਿਲਣਗੀਆਂ। ਸੋ ਸਟੂਡੈਂਟਸ USA ਇਸ ਸਾਲ ਬਹੁਤ ਵੱਡੇ ਨੰਬਰਸ 'ਚ ਤੁਹਾਨੂੰ ਵੀਜ਼ਾ ਦੇਣਾ ਚਾਹੁੰਦਾ ਹੈ। ਸੋ ਸਟੂਡੈਂਟਸ ਨੂੰ ਇਸ ਚੀਜ਼ ਦਾ ਖਿਆਲ ਰੱਖਣਾ ਹੈ ਕਿ ਆਪਾਂ USA 'ਚ ਇੱਕ ਯੂਨੀਵਰਸਿਟੀ 'ਚ ਅਪਲਾਈ ਕਰੀਏ। I-20 ਦੇ ਨਾਮ 'ਤੇ ਵੀ ਆਪਾਂ ਕਿਸੇ ਨੂੰ ਜ਼ਿਆਦਾ ਪੈਸੇ ਨਾ ਦਈਏ। I-20 ਕੁਛ ਯੂਨੀਵਰਸਿਟੀਜ਼ ਦੀ ਫ੍ਰੀ ਵੀ ਹੈਗੀ ਹੈ। ਸੋ ਕੁਛ ਯੂਨੀਵਰਸਿਟੀਜ਼ ਦੀ I-20 ਫ੍ਰੀ ਹੈ, ਤੁਸੀਂ ਉੱਥੇ ਵੀ ਅਪਲਾਈ ਕਰ ਸਕਦੇ ਹੋ। ਅਫੋਰਡੇਬਲ ਫੀਸ ਵਾਲੀਆਂ ਯੂਨੀਵਰਸਿਟੀਜ਼ ਵੀ ਹੈਗੀਆਂ। ਸੋ ਨੋਰਮਲੀ ਜਦੋਂ ਆਪਾਂ USA ਦਾ ਨਾਮ ਆਉਂਦਾ ਨਾ ਆਪਾਂ ਕਹਿੰਦੇ ਬੜਾ ਮਹਿੰਗਾ ਜੀ, ਬਹੁਤ ਮਹਿੰਗਾ, ਆਪਾਂ ਨਹੀਂ ਜਾ ਸਕਦੇ। ਸੋ ਤੁਹਾਨੂੰ ਦੱਸਾਂ MBA ਵੀ ਤੁਸੀਂ 14 ਲੱਖ ਰੁਪਏ 'ਚ USA 'ਚ 2 ਸਾਲਾਂ ਦੀ ਫੀਸ ਦੇ ਸਕਦੇ ਹੋ। ਜੇ ਕਾਲਜ ਦੀ ਫੀਸ ਕਹੀਏ ਤਾਂ 4 ਲੱਖ ਰੁਪਏ ਸਾਲ ਦੀ ਕਾਲਜ ਵਾਲਾ ਫੀਸ ਵੀ ਲੈਂਡਮਾਰਕ ਇਮੀਗ੍ਰੇਸ਼ਨ ਕੋਲ ਹੈਗਾ। ਕੋਈ ਪੈਕੇਜ ਸਿਸਟਮ ਨਹੀਂ ਹੈਗਾ। ਸੋ ਸਟੈਪ ਵਾਈਜ਼ ਪ੍ਰੋਸੀਜਰ ਹੈ। ਸਭ ਤੋਂ ਪਹਿਲਾਂ ਤੁਹਾਡੇ ਸਾਰੇ ਡਾਕੂਮੈਂਟਸ ਚਾਹੀਦੇ ਹੋਣਗੇ, ਫਿਰ ਤੁਸੀਂ ਆਪਣੇ ਫਾਈਨੈਂਸ਼ੀਅਲ ਡਾਕੂਮੈਂਟਸ ਦੇਵੋਗੇ ਆਪਣੇ ਨਾਲ, ਫਿਰ ਤੁਹਾਡੀ I-20 ਪ੍ਰੋਸੈਸ ਹੋਏਗੀ। I-20 ਪ੍ਰੋਸੈਸ ਹੋਣ ਤੋਂ ਬਾਅਦ ਤੁਸੀਂ ਇੰਟਰਵਿਊ ਲਓਗੇ, CGI ਕੋਡ ਜਨਰੇਟ ਕੀਤਾ ਜਾਏਗਾ ਔਰ ਇੰਟਰਵਿਊ ਦੇ ਕੇ ਫਿਰ ਤੁਸੀਂ ਆਪਣਾ ਵੀਜ਼ਾ ਲੈ ਸਕਦੇ ਹੋ। ਸੋ ਸਟੂਡੈਂਟ ਕੋਈ ਵੀ ਜਿਹਨੂੰ ਅਸੀਂ ਕਹੀਏ ਕਿ ਸਟੈਪ ਵਾਈਜ਼ ਪ੍ਰੋਸੀਜਰ ਹੈ ਔਰ ਟਿਊਸ਼ਨ ਫੀਸ ਜਿਹੜੀ ਹੈਗੀ ਹੈ ਉਹ ਵੀਜ਼ਾ ਲੱਗਣ ਤੋਂ ਬਾਅਦ ਜਾਂਦੀ ਹੈ USA ਵਿੱਚ। ਤੁਸੀਂ ਜਦੋਂ ਤੁਹਾਡਾ ਵੀਜ਼ਾ ਲੱਗ ਜਾਂਦਾ ਤਾਂ ਹੀ ਜਾਂਦੀ ਹੈ। ਪਹਿਲਾਂ ਆਪਾਂ ਨੂੰ ਫਾਈਨੈਂਸ਼ੀਅਲ ਸ਼ੋਅ ਕਰਨੇ ਪੈਂਦੇ ਹੈ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਵਿੱਚ ਐਡਮਿਸ਼ਨ
ਲੈਣ ਲਈ। ਸੋ ਤੁਸੀਂ ਪਬਲਿਕ ਕਾਲਜਿਸ ਵੀ ਹੈਗੀਆਂ ਲੈਂਡਮਾਰਕ ਇਮੀਗ੍ਰੇਸ਼ਨ ਕੋਲ, ਪਬਲਿਕ ਯੂਨੀਵਰਸਿਟੀਜ਼ ਵੀ ਹੈਗੀਆਂ, ਪ੍ਰਾਈਵੇਟ ਯੂਨੀਵਰਸਿਟੀਜ਼ ਵੀ USA 'ਚ ਅਪਲਾਈ ਕਰ ਸਕਦੇ ਆ ਬਿਕੋਜ਼ ਦੇਰ ਆਰ ਮੋਰ ਦੈਨ 4000 ਯੂਨੀਵਰਸਿਟੀਜ਼ ਇਨ USA ਐਂਡ USA 'ਚ ਬਹੁਤ ਵੱਡੇ ਨੰਬਰਸ 'ਚ ਕਾਲਜਿਸ ਵੀ ਹੈਗੇ ਆ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇੰਟਰਵਿਊ ਆਪਾਂ ਕਿੱਦਾਂ ਫੇਸ ਕਰਨੀ ਹੈ। ਸਾਰਾ ਜਿਹੜਾ ਕਮਾਲ ਹੈ USA ਦਾ ਵੀਜ਼ਾ ਲੈਣ 'ਚ ਉਹ ਇੰਟਰਵਿਊ ਦਾ ਹੀ ਹੈਗਾ, ਔਰ ਇੰਟਰਵਿਊ ਸ਼ਾਇਦ 30 ਸੈਕਿੰਡ ਤੋਂ 1 ਮਿੰਟ ਦੀ ਹੈ। ਸੋ ਕੌਨਫੀਡੈਂਸ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਤੁਹਾਡੀ ਇੰਟਰਵਿਊ ਦੇ ਵਿੱਚ। ਜੀ ਬਿਲਕੁਲ। ਸੋ ਇਸੇ ਲਈ ਹਰ ਪ੍ਰੋਸੈਸ ਦੇ ਵਿੱਚ ਪੂਰੇ ਸਟੈਪ ਬਾਈ ਸਟੈਪ ਜੋ ਹੈ ਤੁਹਾਨੂੰ ਗਾਈਡ ਕੀਤਾ ਜਾਂਦਾ ਲੈਂਡਮਾਰਕ ਇਮੀਗ੍ਰੇਸ਼ਨਸ ਵੱਲੋਂ। ਸੋ ਇੰਟਰਵਿਊ ਨੂੰ ਲੈ ਕੇ ਵੀ ਵੈਸੇ ਤਾਂ ਸਟੂਡੈਂਟਸ ਸਮਝਦੇ ਨੇ ਕਾਫੀ, ਕਿਉਂਕਿ ਅੱਜ ਕੱਲ੍ਹ ਅਵੇਅਰ ਨੇ ਸਟੂਡੈਂਟ, ਕੌਨਫੀਡੈਂਸ ਦੇ ਨਾਲ ਤੁਹਾਨੂੰ ਉੱਥੇ ਪਹੁੰਚ ਕੇ ਜਦ ਤੁਸੀਂ ਇੰਟਰਵਿਊ 'ਚ ਜਾਂਦੇ ਹੋ ਤਾਂ ਤੁਹਾਡਾ ਕਲੀਅਰ ਹੁੰਦਾ, ਉਸੇ ਬੇਸ 'ਤੇ ਤੁਹਾਨੂੰ ਵੀਜ਼ਾ ਵੀ ਮਿਲ ਜਾਂਦਾ। ਪਰ ਫਿਰ ਵੀ ਕਈ ਸਟੂਡੈਂਟਸ ਜਿਨ੍ਹਾਂ ਨੂੰ ਕਿ ਕਲੈਰਿਟੀ ਨਹੀਂ ਹੁੰਦੀ ਹੈ ਕਿ ਅਸੀਂ ਕਿਵੇਂ ਅੱਗੇ ਵਧੀਏ, ਸੋ ਤੁਸੀਂ ਜ਼ਰੂਰ ਜੋ ਹੈ ਨੰਬਰ 'ਤੇ ਇਸ 'ਤੇ ਕਾਲ ਕਰਕੇ ਵੀ ਹੋਰ ਜਾਣਕਾਰੀ ਲੈ ਸਕਦੇ ਹੋ। ਸੋ ਮੈਂ ਥੋੜਾ ਕੈਨੇਡਾ ਦੇ ਇੰਟੇਕਸ ਬਾਰੇ ਗੱਲ ਕਰਨਾ ਵੀ ਵਿੱਚ ਰਹਿ ਗਿਆ ਸੀ, ਜ਼ਰੂਰ ਉਸ ਦੇ ਉੱਪਰ ਵੀ ਅਪਡੇਟ ਚਾਹੂੰਗੀ ਕਿ ਹੁਣ ਮਈ ਇੰਟੇਕ ਲਈ ਕੋਈ ਗੁੰਜਾਇਸ਼ ਹੈ ਕਿ ਅਸੀਂ ਵੈਸੇ ਦੇਖ ਰਹੇ ਹਾਂ ਕਿ ਆਲਮੋਸਟ ਫੁੱਲੀ ਹੈ। ਰੋਲਿੰਗ ਇੰਟੇਕਸ ਵਿੱਚ ਕੋਈ ਸਟੂਡੈਂਟਸ ਕਿੰਨਾ ਕੁ ਫਾਇਦਾ ਲੈ ਸਕਦੇ ਨੇ, ਤੇ ਸਪਟੰਬਰ ਇੰਟੇਕ ਲਈ ਕਿਸ ਤਰ੍ਹਾਂ ਦਾ ਪ੍ਰੋਸੈਸ ਹੁਣ ਸ਼ੁਰੂ ਹੋ ਚੁੱਕਿਆ ਹੈ? ਸੋ ਦੇਖੋ ਕੈਨੇਡਾ ਦੇ ਵਿੱਚ ਤਾਂ ਹੁਣੇ ਜੁਲਾਈ ਇਨਟੇਕ ਸਾਡੇ ਕੋਲ ਹੈਗਾ ਅਵੇਲੇਬਲ, ਕੈਂਬਰੀਅਨ ਕਾਲਜ 'ਚ, ਲਸਾਲ ਕਾਲਜ 'ਚ, ਯੂਨੀਵਰਸਿਟੀ ਕੈਨੇਡਾ ਵੈਸਟ 'ਚ ਅਵੇਲੇਬਲ ਹੈਗਾ ਸੀ ਬਟ ਉਹ ਕਲੋਜ਼ ਹੋ ਗਿਆ 2 ਦਿਨ ਪਹਿਲਾਂ ਹੀ। ਸੋ ਸਟੂਡੈਂਟਸ ਹੁਣ ਜੁਲਾਈ ਇਨਟੇਕ ਕੁਛ ਕਾਲਜਿਸ 'ਚ ਹੀ ਅਵੇਲੇਬਲ ਹੈਗਾ। ਸੈਕੰਡਲੀ ਹੁਣ ਸਪਟੈਂਬਰ ਇਨਟੇਕ 'ਚ ਕਾਫੀ ਸਾਰੀਆਂ ਸੀਟਸ ਰਾਈਟ ਨਾਓ ਅਵੇਲੇਬਲ ਹੈਗੀਆਂ, ਚਾਹੇ ਤੁਸੀਂ ਬਰੈਂਪਟਨ ਜਾਣਾ ਚਾਹੁੰਦੇ ਹੋ, ਟੋਰਾਂਟੋ ਜਾਣਾ ਚਾਹੁੰਦੇ ਹੋ, ਵੈਂਕੂਵਰ ਜਾਣਾ ਚਾਹੁੰਦੇ ਹੋ, ਐਬਟਸਫੋਰਡ ਜਾਣਾ ਚਾਹੁੰਦੇ ਹੋ, ਹੈਮਿਲਟਨ ਜਾਣਾ ਚਾਹੁੰਦੇ ਹੋ, ਜਾਂ ਫਿਰ ਸਾਰਨੀਆ ਜਾਣਾ ਚਾਹੁੰਦੇ ਹੋ, ਓਟਵਾ ਜਾਣਾ ਚਾਹੁੰਦੇ ਹੋ, ਮੌਂਟਰੀਅਲ ਜਾਣਾ ਚਾਹੁੰਦੇ ਹੋ, ਤਾਂ ਗਵਰਨਮੈਂਟ ਕਾਲਜਿਸ ਦੀਆਂ ਸੀਟਸ ਹਾਲੇ ਅਵੇਲੇਬਲ ਹੈਗੀਆਂ। ਯੈਸ, ਮੌਂਟਰੀਅਲ ਵੀ ਤੁਸੀਂ ਜਾ ਸਕਦੇ ਹੋ, ਜੇ ਸਰਕਾਰੀ ਕਾਲਜ 'ਚ ਅਪਲਾਈ ਕਰੋਗੇ ਤਾਂ ਮੌਂਟਰੀਅਲ ਵੀ ਜਾ ਸਕਦੇ ਹੋ। ਸੋ ਸਟੂਡੈਂਟਸ ਹਰ ਕਿਤੇ ਸੀਟਸ ਅਵੇਲੇਬਲ ਹੈਗੀਆਂ ਰਾਈਟ ਨਾਓ। ਐਂਡ ਜੇ ਤੁਹਾਨੂੰ ਕੋਈ ਵੀ ਡਾਊਟ ਹੈ ਤੁਹਾਡੇ ਮਨ 'ਚ, ਕਿਸੇ ਤਰ੍ਹਾਂ ਦਾ ਵੀ ਡਾਊਟ ਹੈ ਕਿ ਕਿਹੜਾ ਕੋਰਸ ਮਿਲ ਰਿਹਾ, ਤਾਂ ਆਪਾਂ ਕਾਲਜ ਕੋਈ ਹੋਰ ਦੇਖ ਸਕਦੇ ਹਾਂ ਸਿਮਿਲਰ ਕੋਰਸ ਦੇ ਨਾਲ, ਤੇ ਆਪਾਂ ਅਪਲਾਈ ਕਰ ਸਕਦੇ ਹਾਂ। ਜੀ ਬਿਲਕੁਲ। ਸੋ ਆਈ ਹੋਪ ਕਿ ਸਟੂਡੈਂਟਸ ਇਹ ਸਾਰੀ ਇਨਫੋਰਮੇਸ਼ਨ ਨੂੰ ਬੜੇ ਧਿਆਨ ਨਾਲ ਤੁਸੀਂ ਸੁਣ ਰਹੇ ਹੋ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਅਸੀਂ ਕਿਹੜੇ ਇਨਟੇਕ ਲਈ ਤਿਆਰੀ ਕਰਕੇ ਜੋ ਹੈ ਅਪਲਾਈ ਕਰ ਦਈਏ ਟਾਈਮਲੀ ਤੇ ਆਪਣਾ ਸਟੱਡੀ ਵੀਜ਼ਾ ਹਾਸਲ ਕਰ ਸਕੀਏ। ਫਿਲਹਾਲ ਜੇ ਆਪਾਂ ਥੋੜਾ ਟ੍ਰੈਂਡ ਜਾਣਨ ਦੀ, ਸਮਝਣ ਦੀ ਕੋਸ਼ਿਸ਼ ਕਰੀਏ, ਕੈਨੇਡਾ ਦੀ ਹੀ ਗੱਲ ਕਰਨਾ ਚਾਹੂੰਗੀ। SDS ਨੌਨ SDS ਦੀ ਜਿੱਥੇ ਗੱਲ ਆ ਜਾਂਦੀ ਹੈ, ਜ਼ਿਆਦਾ ਰਿਜ਼ਲਟ ਪੋਜ਼ਿਟਿਵ ਕੇਸ ਦਾ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਕੈਟਾਗਰੀਜ਼ ਨੇ ਅਲੱਗ-ਅਲੱਗ। SDS 'ਤੇ ਜ਼ਿਆਦਾ ਅੱਛਾ ਰਿਜ਼ਲਟ ਹੈ ਜਾਂ ਨੌਨ SDS ਵਿੱਚ? ਸੀ ਓਬਵੀਅਸਲੀ ਹਰਜੋਤ, ਇਹ 'ਤੇ ਤਾਂ ਕੋਈ ਵੀ ਛੁਪਿਆ ਕੀ ਕਹਿੰਦੇ ਆ ਆਨਸਰ ਨਹੀਂ ਹੈਗਾ। SDS ਕੈਟਾਗਰੀ 'ਚ ਹੀ ਵੀਜ਼ਾ ਰਿਜ਼ਲਟਸ ਜ਼ਿਆਦਾ ਵਧੀਆ ਆਉਂਦੇ ਆ। PT ਵਾਲੇ ਬੱਚੇ ਨੌਨ SDS 'ਚ ਕਾਊਂਟ ਹੋ ਜਾਂਦੇ ਆ, ਜਿਹੜੇ ਫੁੱਲ ਫੀਸ ਨਹੀਂ ਦਿੰਦੇ ਉਹ ਨੌਨ SDS 'ਚ ਕਾਊਂਟ ਹੁੰਦੇ ਆ। ਬਟ PT ਵਾਲੇ ਬੱਚਿਆਂ ਨੂੰ ਮੈਂ ਕਹਾਂਗਾ ਕਿ ਦੇਖੋ ਰਾਈਟ ਨਾਓ ਕੁਛ ਵੀਜ਼ਾਸ ਮੂਵਮੈਂਟ ਹੈਗੀ ਆ, ਪਿੱਛੇ ਇੱਕਦਮ ਹੀ ਬਲੋਕੇਜ ਹੋ ਗਈ ਸੀ PT 'ਤੇ, ਬਿਲਕੁਲ ਵੀਜ਼ਾ ਨਹੀਂ ਆ ਰਿਹਾ ਸੀ। ਬਟ ਲਾਸਟ ਵੀਕ ਦੇ ਅੰਦਰ ਸਾਡੇ ਕੋਲ 7-8 ਵੀਜ਼ਾ ਆਏ ਆ PT ਬੇਸ 'ਤੇ ਵੀ, ਪਰ ਉਹ ਸਾਰੇ ਬੱਚਿਆਂ ਦੇ ਜਿਹੜੇ ਸਕੋਰ ਆ ਉਹ 58 ਐਂਡ ਅਬਵ ਹੀ ਹੈਗੇ ਆ। ਐਂਡ ਸਟੂਡੈਂਟਸ ਜੇ ਤੁਹਾਡੇ 58 ਐਂਡ ਅਬਵ ਹੈ ਫਿਰ ਤੁਸੀਂ PT 'ਤੇ ਕੋਸ਼ਿਸ਼ ਕਰ ਸਕਦੇ ਹੋ। ਬਟ ਯੈਸ, ਥੋੜ੍ਹਾ ਜਿਹਾ ਰਿਸ਼ਤਾ ਰਹੇਗਾ ਹੀ। ਜੇ ਅਸੀਂ ਕੰਪੇਅਰ ਕਰਾਂਗੇ 6 ਵਾਲਾ ਔਰ PT ਵਾਲਾ, ਤਾਂ 6 ਵਾਲੇ ਨੂੰ ਤਾਂ ਪ੍ਰੈਫਰੈਂਸ ਮਿਲੇਗੀ ਹੀ ਮਿਲੇਗੀ। ਬਟ ਜੇ ਸਹੀ ਢੰਗ ਨਾਲ ਆਪਾਂ ਫਾਈਲ ਲਾਈ ਹੋਏਗੀ ਤਾਂ PT ਬੇਸ 'ਤੇ ਵੀ ਵੀਜ਼ਾ ਆ ਸਕਦਾ ਹੈ। ਬਟ 58 ਤੋਂ ਉੱਤੇ ਸਕੋਰ ਹੋਏ ਤਾਂ ਦੈਟ ਇਜ਼ ਬੈਟਰ। ਜੀ, ਤੇ ਮਤਲਬ ਮੇਰਾ ਇਹ ਸਵਾਲ ਪੁੱਛਣ ਦਾ ਇਸੇ ਲਈ ਮੈਂ ਪੁੱਛਣਾ ਚਾਹ ਰਹੀ ਸੀ ਕਿਉਂਕਿ ਜਦ 2 ਕੈਟਾਗਰੀਜ਼ ਬਣਾਈਆਂ ਗਈਆਂ ਨੇ, ਆਪਾਂ ਹਮੇਸ਼ਾ ਹੀ ਜਦੋਂ ਵੀ ਗੱਲ ਕਰਦੇ ਹਾਂ ਨੌਨ SDS ਨੂੰ ਲੈ ਕੇ ਥੋੜ੍ਹੀ ਜਿਹੀ ਨੈਗੇਟਿਵਿਟੀ ਜ਼ਰੂਰ ਰਹਿੰਦੀ ਹੈ। ਤਾਂ ਕਿ ਅਗਰ ਕਿਸੇ ਦੀ ਪ੍ਰੋਫਾਈਲ ਨੌਨ SDS ਵਿੱਚ ਆ ਰਹੀ ਹੈ ਤਾਂ ਉਸਨੂੰ ਨਹੀਂ ਅਪਲਾਈ ਕਰਨਾ ਚਾਹੀਦਾ? ਸੀ ਦੇਖੋ, ਪਹਿਲੀ ਗੱਲ ਤਾਂ PT ਉਹੀ ਬੱਚਾ ਕਰਦਾ ਜਿਹੜਾ ਆਈਲੈਟਸ ਨਹੀਂ ਕਰ ਪਾ ਰਿਹਾ। ਸੋ ਨੋਰਮਲੀ ਮੈਂ ਜੋ ਅਸੈਸ ਕਰਦਾ ਕਿ ਬੱਚਾ 1-2 ਵਾਰੀ ਆਈਲੈਟਸ ਦੇ ਚੁੱਕਿਆ ਹੁੰਦਾ, ਫਿਰ ਉਹ PT ਕਰਦਾ, ਤਾਂ ਫਿਰ PT ਜਿਹੜਾ ਉਹ ਬੱਚਾ ਕਰਦਾ ਤਾਂ ਜੇ ਉਹਦੇ ਸਕੋਰ ਚੰਗੇ PT 'ਚ ਵੀ ਨਹੀਂ ਆ ਰਹੇ, ਦੇਖੋ ਜੇ ਤੁਹਾਡੇ 52, 51, 53 ਰਹਿ ਰਹੇ ਆ, ਤਾਂ ਮੈਂ ਉਹਨਾਂ ਨੂੰ ਕਹਾਂਗਾ ਕੈਨੇਡਾ ਤੁਸੀਂ ਨਾ ਹੀ ਅਪਲਾਈ ਕਰੋ। ਨੋਰਮਲੀ ਦੇਖੋ PT ਵਾਲੇ ਬੱਚੇ ਅੱਜ ਦੀ ਡੇਟ 'ਚ ਆਸਟ੍ਰੇਲੀਆ ਵੀ ਬਹੁਤ ਟਾਈਟ ਚੱਲ ਰਿਹਾ। ਸੋ ਨੋਰਮਲੀ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ, ਹਾਂ ਜੇ ਕਿਸੇ ਨੇ ਚੂਜ਼ ਕਰਨਾ ਹੋਵੇ ਫਸਟ ਥਿੰਗ ਕਿ ਮੈਂ PT ਕਰਾਂ ਕਿ ਆਈਲੈਟਸ ਕਰਾਂ, ਉਹਦੇ ਉੱਤੇ ਕੋਈ ਡਾਊਟ ਨਹੀਂ ਹੈਗਾ, ਤੁਸੀਂ ਆਈਲੈਟਸ ਕਰੋ। ਕਿਉਂਕਿ ਜੇ ਓਵਰਆਲ 6 'ਚ ਆ ਗਏ ਤਾਂ ਤੁਸੀਂ ਕੈਨੇਡਾ ਅਪਲਾਈ ਕਰ ਸਕਦੇ ਹੋ, ਜੇ 1 'ਚ 5.5 ਬੈਂਡ ਆ ਗਏ ਤਾਂ ਤੁਸੀਂ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ, USA ਅਪਲਾਈ ਕਰ ਸਕਦੇ ਹੋ, ਨਿਊਜ਼ੀਲੈਂਡ ਅਪਲਾਈ ਕਰ ਸਕਦੇ ਹੋ। ਬਟ ਜਿਵੇਂ ਹੁਣ ਤੁਸੀਂ ਕਹੋਗੇ ਸਿਰਫ PT ਕਰਾਂ ਮੈਂ ਔਰ ਫਿਰ ਮੇਰੇ PT 'ਚ 52 ਆ ਗਏ, ਫਿਰ ਤਾਂ ਆਪਾਂ ਕੈਨੇਡਾ ਅਪਲਾਈ ਨਹੀਂ ਕਰ ਸਕਦੇ ਨਾ। ਮਤਲਬ ਕੈਨੇਡਾ ਵੀਕ PT ਵਾਲੇ ਨੂੰ ਤਾਂ ਵੀਜ਼ਾ ਮਿਲਣਾ ਹੀ ਨਹੀਂ ਹੈ। ਭਾਵੇਂ 52 ਤੇ ਤੁਸੀਂ ਬਿਲਕੁਲ ਪੁਆਇੰਟਸ 'ਤੇ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ, ਉਹ ਵੀ ਬਿਲਕੁਲ ਇੱਕ ਜਾਗਾ ਕਿ ਬਿਲਕੁਲ ਪੁਆਇੰਟਸ 'ਤੇ ਤੁਸੀਂ ਕੁਆਲੀਫਾਈ ਕਰ ਰਹੇ ਹੋ ਆਸਟ੍ਰੇਲੀਆ ਲਈ ਵੀ। ਬਟ ਆਸਟ੍ਰੇਲੀਆ ਵੀ ਇਸ ਟਾਈਮ ਤੁਹਾਨੂੰ ਪਤਾ ਹੀ ਕਿ ਸਾਰਾ ਕੁਝ ਡਿਲੇ 'ਚ ਚੱਲ ਰਿਹਾ। ਆਫਰ ਲੈਟਰ ਡਿਲੇ, GTE ਕਲੀਅਰ ਕਰਨ 'ਚ ਡਿਲੇ,
ਵੀਜ਼ਾ ਦੇਣ 'ਚ ਡਿਲੇ, ਸਪਾਊਸ ਵੀਜ਼ਾ 'ਚ ਡਿਲੇ। ਸੋ ਦੇਰ ਇਜ਼ ਅ ਬਿਗ ਡਿਲੇ ਇਨ ਐਵਰੀਥਿੰਗ। ਆਸਟ੍ਰੇਲੀਆ ਇੰਨਾ ਪ੍ਰੀਪੇਅਰਡ ਨਹੀਂ ਹੈਗਾ ਬਹੁਤ ਸਾਰੇ ਬੱਚੇ ਲੈ ਕੇ ਜਾਣ ਲਈ ਜਿੰਨਾ ਕਿ ਕੈਨੇਡਾ ਪ੍ਰੀਪੇਅਰਡ ਹੈਗਾ ਬਹੁਤ ਸਾਰੇ ਬੱਚੇ ਲੈ ਕੇ ਜਾਣ ਲਈ। ਆਸਟ੍ਰੇਲੀਆ ਇਜ਼ ਅ ਵੈਰੀ ਗੁੱਡ ਕੰਟਰੀ। ਜੇ ਤੁਸੀਂ ਇੰਜੀਨੀਅਰਿੰਗ, ਹੈਲਥ, IT ਵਰਗੇ ਕੋਰਸਿਸ 'ਚ ਅੱਗੇ ਆਪਣੀ ਬੈਚਲਰ ਕਰਦੇ ਹੋ ਤਾਂ 4 ਸਾਲ ਦਾ ਵਰਕ ਪਰਮਿਟ ਮਿਲ ਰਿਹਾ ਸਟੂਡੈਂਟਸ ਨੂੰ, ਉਹਨਾਂ ਨੇ ਅਨਾਊਂਸ ਕੀਤਾ। ਬਟ ਮੁੱਦਾ ਇਹ ਹੈ ਕਿ ਕੋਈ ਬੈਚਲਰ ਕਰਨ ਦੀ ਮੋਟੋ ਦੇ ਨਾਲ ਆਸਟ੍ਰੇਲੀਆ ਜਾ ਹੀ ਨਹੀਂ ਰਿਹਾ। ਬੱਚੇ ਜਾਂਦਿਆਂ ਹੀ ਯੂਨੀਵਰਸਿਟੀ ਛੱਡ ਰਹੇ ਨੇ ਔਰ ਡਿਪਲੋਮਾ 'ਚ ਐਡਮਿਸ਼ਨ ਲੈ ਰਹੇ ਨੇ। ਉਹਨਾਂ ਬੱਚਿਆਂ ਨੂੰ 4 years ਦਾ ਵਰਕ ਪਰਮਿਟ ਨਹੀਂ ਮਿਲਣਾ। ਸੋ ਸਟੂਡੈਂਟਸ, if you are planning to go to Australia, then you should think of studying 4 years or 3 years bachelors, ਤਾਂ ਹੀ ਤੁਹਾਨੂੰ 4 ਸਾਲ ਦਾ ਵਰਕ ਪਰਮਿਟ ਮਿਲੇਗਾ। ਐਂਡ ਜੇ ਤੁਸੀਂ ਆਸਟ੍ਰੇਲੀਆ ਛੱਡ ਕੇ ਜਾ ਕੇ ਕਾਲਜ ਛੱਡ ਦੋਗੇ, ਯੂਨੀਵਰਸਿਟੀ ਛੱਡ ਦੋਗੇ, ਤਾਂ ਵਰਕ ਪਰਮਿਟ ਤਾਂ ਕਿਤੇ ਤੁਹਾਨੂੰ ਫਿਰ TR, ਬ੍ਰਿਜਿੰਗ ਵੀਜ਼ਾ, ਸਾਰੀ ਜ਼ਿੰਦਗੀ 7-8 ਸਾਲ ਪੜ੍ਹਦੇ ਹੀ ਰਹਿਣਾ ਪੈਣਾ। ਸੋ ਸੈਟਲਮੈਂਟ ਨਹੀਂ ਹੈਗੀ। ਵੇਅਰ ਐਜ਼ ਕੈਨੇਡਾ 'ਚ ਆਪਾਂ ਡਿਪਲੋਮਾ ਕਰਕੇ ਵੀ ਸੈਟਲ ਹੋ ਸਕਦੇ ਹਾਂ। ਯੈਸ, ਯੂ ਵਾਂਟ ਅ ਬੈਟਰ ਜੋਬ, ਤੁਹਾਨੂੰ ਬੈਚਲਰ ਕਰਨੀ ਪਏਗੀ। ਯੂ ਵਾਂਟ ਅ ਹਾਇਰ ਕੈਟਾਗਰੀ ਜੋਬ, ਵਾਈਟ ਕਾਲਰ ਜੋਬ, ਤੁਹਾਨੂੰ ਬੈਚਲਰ ਕਰਨੀ ਪਏਗੀ। ਬਟ ਜੇ ਤੁਸੀਂ ਸੈਟਲਮੈਂਟ ਦੀ ਗੱਲ ਕਰੋ ਤਾਂ ਕੈਨੇਡਾ 'ਚ ਜਿੰਨੇ ਵੀ ਬੱਚੇ ਡਿਪਲੋਮਾ ਕਰਨ ਜਾ ਰਹੇ ਨੇ ਉਹ ਵੀ ਸੈਟਲ ਹੋ ਹੀ ਰਹੇ ਨੇ। ਜੀ ਬਿਲਕੁਲ। ਸੋ ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਵੀ ਸਟੂਡੈਂਟਸ ਦੇ ਸਾਡੇ ਕੋਲ ਸਵਾਲ ਆਉਂਦੇ ਨੇ ਅਸੀਂ ਉਹਨਾਂ ਸਵਾਲਾਂ ਦਾ ਬਿਲਕੁਲ ਸਹੀ ਜਵਾਬ ਤੁਹਾਡੇ ਤੱਕ ਪਹੁੰਚਾ ਸਕੀਏ। ਇਸ ਲਈ ਅਸੀਂ ਅੱਜ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਵੀ ਆਏ ਸੀ ਤਾਂ ਕਿ ਅਸੀਂ ਜਸਮੀਤ ਭਾਟੀਆ ਸਰ ਤੋਂ ਜੋ ਹੈ ਤੁਹਾਡੇ ਸਵਾਲਾਂ ਦੇ ਜਵਾਬ ਪਹੁੰਚਾ ਸਕੀਏ। ਸੋ ਆਈ ਹੋਪ ਕਿ ਸਟੂਡੈਂਟ ਜ਼ਰੂਰ ਇਹਨਾਂ ਚੀਜ਼ਾਂ ਨੂੰ ਸਮਝਣਗੇ ਔਰ ਜਿੱਥੇ ਤੁਸੀਂ ਐਲੀਜੀਬਲ ਹੋ ਉੱਥੇ ਹੀ ਅਪਲਾਈ ਕਰੋ, ਕਿਉਂਕਿ ਮਕਸਦ ਸਿਰਫ ਅਪਲਾਈ ਕਰਨਾ ਨਹੀਂ, ਤੁਸੀਂ ਵੀਜ਼ਾ ਹਾਸਲ ਕਰਨਾ। ਇਸ ਲਈ ਸਾਰੀ ਚੀਜ਼ਾਂ ਨੂੰ ਖੁਦ ਵੀ ਦੇਖਿਆ ਕਰੋ, ਸਮਝਿਆ ਕਰੋ ਅਤੇ ਉਸ ਤੋਂ ਬਾਅਦ ਜੋ ਹੈ ਆਪਣੀ ਫਾਈਲ ਕਿਸੇ ਕੰਸਲਟੈਂਟ ਦੇ ਹੱਥ ਸੌਂਪਿਆ ਕਰੋ। ਸੋ ਗੱਲ ਆਪਾਂ ਕੈਨੇਡਾ ਦੀ ਕਰ ਰਹੇ ਹਾਂ, ਆਪਾਂ US ਦੀ ਵੀ ਗੱਲ ਕੀਤੀ ਸੀ। ਸੋ ਇੱਕ ਹੋਰ ਆਪਸ਼ਨ ਬਾਰੇ ਗੱਲ ਕਰਨਾ ਚਾਹਾਂਗੇ ਸਰ, ਜਰਮਨੀ ਬਾਰੇ। ਸੋ ਪਹਿਲਾਂ ਵੀ ਅਸੀਂ ਦੇਖਿਆ ਕਿ ਕਈ ਵਧੀਆ ਢੰਗ ਨਾਲ ਤੁਸੀਂ ਜਰਮਨੀ ਲਈ ਸਟੂਡੈਂਟਸ ਦੇ ਵੀਜ਼ਾ ਲਗਾਏ ਨੇ। ਸੋ ਕਿਸ ਤਰ੍ਹਾਂ ਦੀ ਆਪਸ਼ਨ ਆਪਾਂ ਸਮਝ ਸਕਦੇ ਹਾਂ? ਜਰਮਨੀ ਇੱਕ ਅੱਛੀ ਆਪਸ਼ਨ ਹੈ ਔਰ ਕਿਹੜੇ ਸਟੂਡੈਂਟਸ ਨੂੰ ਤੁਸੀਂ ਸੁਜੈਸਟ ਕਰ ਰਹੇ ਹੋ, ਕਿਹੜੇ ਇਨਟੇਕਸ ਲਈ ਤੁਸੀਂ ਸੁਜੈਸਟ ਕਰਦੇ ਹੋ ਕਿ ਅਪਲਾਈ ਕਰ ਸਕਦੇ ਨੇ? ਸੋ ਜਰਮਨੀ ਰਾਈਟ ਨਾਓ ਦੇਖੋ ਕੀ ਕਹਿੰਦੇ ਆ, ਸਟੂਡੈਂਟਸ ਜਿਹੜੇ ਹੈਗੇ ਮੈਂ ਮਾਸਟਰਸ ਲਈ ਜਿਹੜੇ ਜਾਣਾ ਚਾਹੁੰਦੇ ਨੇ ਬੈਚਲਰਸ ਤੋਂ ਬਾਅਦ ਉਹਨਾਂ ਨੂੰ ਐਡਵਾਈਸ ਕਰਾਂਗਾ, ਕਿਉਂਕਿ ਰਾਈਟ ਨਾਓ ਮਾਸਟਰਸ ਨੂੰ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ। ਬੈਚਲਰਸ ਨੂੰ ਥੋੜ੍ਹਾ ਜਿਹਾ ਸਮਾਂ ਲੱਗ ਰਿਹਾ ਅਪਾਇੰਟਮੈਂਟ ਲੈਣ ਲਈ। ਅਪਾਇੰਟਮੈਂਟ ਮਿਲ ਰਹੀ ਹੈ ਬੈਚਲਰ ਵਾਲਿਆਂ ਨੂੰ ਵੀ, ਬਟ ਸਮਾਂ ਲੱਗ ਰਿਹਾ। ਸੋ ਜਰਮਨੀ 'ਚ ਤੁਸੀਂ 5.5 ਬੈਂਡ ਦੇ ਨਾਲ ਅਪਲਾਈ ਕਰ ਸਕਦੇ ਹੋ। ਓਵਰਆਲ 5.5 ਬੈਂਡ ਦੇ ਨਾਲ ਜਰਮਨੀ ਦਾ ਵੀਜ਼ਾ ਤੁਸੀਂ ਅਪਲਾਈ ਕਰ ਸਕਦੇ ਹੋ। ਤੁਹਾਡੇ ਜਿਹੜੇ ਡਾਕੂਮੈਂਟਸ ਹੈਗੇ ਉਹਨਾਂ ਦੀ ਅਵੈਲੂਏਸ਼ਨ ਹੁੰਦੀ ਹੈ ਪਹਿਲਾਂ, ਔਰ ਜੇ ਤੁਹਾਡੀ ਅਵੈਲੂਏਸ਼ਨ ਓਕੇ ਹੁੰਦੀ ਹੈ ਤਾਂ ਹੀ ਤੁਸੀਂ ਫੀਸ ਜਮ੍ਹਾਂ ਕਰਾਉਣੀ ਹੈ। ਸੋ ਦੇਖੋ ਤੁਸੀਂ ਐਮਬੈਸੀ ਹੀ ਅਵੈਲੂਏਟ ਕਰਦੀ ਹੈ ਔਰ ਉਸੇ ਬੱਚੇ ਦੀ ਫੀਸ ਜਮ੍ਹਾਂ ਹੁੰਦੀ ਹੈ ਕਿ ਜਿਹੜਾ ਅਵੈਲੂਏਸ਼ਨ ਕਲੀਅਰ ਕਰਦਾ ਹੈ। ਤੁਸੀਂ ਸੋਚੋ ਕਿ ਇਸ ਤੋਂ ਵਧੀਆ ਸਿਸਟਮ ਨਹੀਂ ਹੋ ਸਕਦਾ ਕਿ ਫੀਸ ਹੀ ਤਾਂ ਜਮ੍ਹਾਂ ਕਰਾਉਣੀ ਹੈ ਜੇ ਐਵੈਲੂਏਸ਼ਨ ਓਕੇ ਹੈ, ਔਰ ਜਿਹਦੀ ਐਵੈਲੂਏਸ਼ਨ ਓਕੇ ਹੋ ਗਈ ਮਤਲਬ 95% ਉਹ ਬੱਚੇ ਦਾ ਵੀਜ਼ਾ ਜਰਮਨੀ 'ਚ ਆਉਂਦਾ ਹੀ ਆਉਂਦਾ। ਰੋਜ਼ ਕੋਈ ਨਾ ਕੋਈ ਬੱਚੇ ਦਾ ਜਰਮਨੀ 'ਚ ਵੀ ਵੀਜ਼ਾ ਆਉਂਦਾ। ਸੋ ਮਾਸਟਰਸ ਕਰਨ ਜਿਹੜੇ ਬੱਚੇ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਇੱਕ ਬਹੁਤ ਅੱਛੀ ਆਪਸ਼ਨ ਹੈਗੀ ਹੈ। ਬੈਚਲਰਸ ਕਰਨ ਜਾਣਾ ਚਾਹੁੰਦੇ ਉਹਨਾਂ ਵਾਸਤੇ ਬਹੁਤ ਅੱਛੀ ਆਪਸ਼ਨ ਹੈਗੀ ਹੈ। ਪੜ੍ਹਾਈ ਦੇ ਨਾਲ ਵਰਕ ਅਲਾਊਡ ਹੈ, ਪਾਰਟ ਟਾਈਮ ਵਰਕ ਅਲਾਊਡ ਹੈ। ਪੜ੍ਹਾਈ ਤੋਂ ਬਾਅਦ 1.5 ਸਾਲ ਦਾ ਜੌਬ ਸਰਚ ਵੀਜ਼ਾ ਹੈ ਔਰ ਉਸ ਤੋਂ ਬਾਅਦ ਫਿਰ 6 ਮਹੀਨੇ ਦੀ ਐਕਸਟੈਂਸ਼ਨ ਅਸੀਂ ਲੈ ਸਕਦੇ ਹਾਂ, ਯਾਨੀ ਕਿ ਟੋਟਲ ਜੌਬ ਸਰਚ ਵੀਜ਼ਾ 2.5 ਸਾਲ ਦਾ ਹੋ ਸਕਦਾ। ਪੜ੍ਹਾਈ ਜੇ ਤੁਸੀਂ 2 ਸਾਲ ਦੀ ਮਾਸਟਰ ਕਰਨ ਗਏ ਹੋ, 18 ਮਹੀਨੇ ਦੀ ਮਾਸਟਰਸ ਕਰਨ ਗਏ ਹੋ, ਤਾਂ ਉਸ ਤੋਂ ਬਾਅਦ 2.5 ਸਾਲ ਦਾ ਜੌਬ ਸਰਚ ਵੀਜ਼ਾ। ਅੱਜ ਦੀ ਡੇਟ 'ਚ ਜਰਮਨੀ 'ਚ 24 ਲੱਖ ਜੌਬਸ ਅਵੇਲੇਬਲ ਹੈਗੀਆਂ। 2.4 ਮਿਲੀਅਨ ਜੌਬਸ ਆਰ ਵੇਕੈਂਟ ਔਰ ਪੂਰੇ ਯੂਰਪ 'ਚ ਤਾਂ ਇਸ ਤੋਂ ਵੀ ਜ਼ਿਆਦਾ ਜੌਬਸ ਆਰ ਅਵੇਲੇਬਲ। ਸੋ ਸਟੂਡੈਂਟ ਤੁਸੀਂ ਸੋਚ ਸਕਦੇ ਹੋ ਕਿ ਬਹੁਤ ਜ਼ਿਆਦਾ ਜੌਬਸ ਅਵੇਲੇਬਿਲਿਟੀ ਹੈਗੀ ਹੈ। ਐਂਡ ਜਰਮਨ ਇੱਕ ਟੌਪ 8 ਕੰਟਰੀਜ਼ 'ਚ ਆਉਂਦਾ ਔਰ ਬਹੁਤ ਅੱਛੀ ਇਕੋਨਮੀ ਹੈ, ਯੂਰੋ ਚੱਲਦਾ। ਸੋ ਜਰਮਨੀ ਦਾ ਜਿਹੜਾ ਪ੍ਰੋਸੈਸ ਹੈ ਉਹ ਵੀ ਬਿਲਕੁਲ ਸਿੰਪਲ ਹੈ ਐਜ਼ ਕੰਪੇਅਰ ਟੂ ਕੈਨੇਡਾ। ਕੋਈ ਉਹਦੇ 'ਚ ਜਿਹਨੂੰ ਕਹਿੰਦੇ ਕਿ ਟਫ ਪ੍ਰੋਸੈਸ ਨਹੀਂ ਹੈਗਾ। ਬਟ ਇੱਕੋ ਚੀਜ਼ ਹੈ, ਕ੍ਰੈਡਿਟ ਐਵੈਲੂਏਸ਼ਨ, ਮਤਲਬ ਕਿ ਆਪਣੇ ਜਿਹੜੇ ਪੜ੍ਹਾਈ ਕੀਤੀ ਹੈ ਉਹਦੀ ਐਵੈਲੂਏਸ਼ਨ ਆਪਾਂ ਕਰਾਉਂਦੇ ਹਾਂ, ਜਿਹਨੂੰ ਉਹਨਾਂ ਨੇ ਨਾਮ ਦਿੱਤਾ APS। ਤਾਂ ਉਹ ਜਦੋਂ ਤੁਹਾਡੀ ਕਲੀਅਰ ਹੁੰਦੀ ਹੈ ਫਿਰ ਆਪਾਂ ਟਿਊਸ਼ਨ ਫੀਸ ਜਮ੍ਹਾਂ ਕਰਾਉਣੀ ਹੈ ਔਰ ਫਿਰ ਆਪਾਂ ਬਲੌਕਡ ਅਕਾਊਂਟ ਖੋਲ੍ਹਣਾ ਜਿਹਦੇ 'ਚ ਤੁਹਾਡੇ ਪੈਸੇ ਜਾਣੇ ਆ ਜਿਹੜੇ ਕਿ ਰਿਫੰਡੇਬਲ ਹੈਗੇ ਆ। ਸੋ ਜਰਮਨੀ ਇੱਕ ਬਹੁਤ ਅੱਛੀ ਡੈਸਟੀਨੇਸ਼ਨ ਹੈ ਐਂਡ ਵੀਜ਼ਾ ਪ੍ਰੋਸੈਸ ਕਾਫੀ ਜ਼ਿਆਦਾ ਸਿੰਪਲ ਹੈ ਔਰ ਇੰਗਲਿਸ਼ ਸਪੀਕਿੰਗ 'ਚ ਹੀ ਤੁਹਾਨੂੰ, ਜਿਹਨੂੰ ਕਹਿੰਦੇ ਇੰਗਲਿਸ਼ ਵਿੱਚ ਹੀ ਤੁਹਾਨੂੰ ਕੋਰਸ ਸਾਰੇ ਪੜ੍ਹਾਏ ਜਾਣਗੇ ਜਰਮਨੀ 'ਚ ਵੀ। ਜੀ ਬਿਲਕੁਲ। ਤੇ ਮੈਂ ਇੱਥੇ ਜ਼ਰੂਰ ਪੁੱਛਣਾ ਚਾਹੂੰਗੀ ਕਿ ਜ਼ਿਆਦਾਤਰ ਆਪਾਂ ਸਟੂਡੈਂਟਸ ਦੀ ਗੱਲ ਕਰੀਏ, ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ ਤਾਂ ਕੈਨੇਡਾ, ਆਸਟ੍ਰੇਲੀਆ, UK, US ਇਹਨਾਂ 'ਤੇ ਹੀ ਫੋਕਸ ਕੀਤਾ ਜਾਂਦਾ। ਜਰਮਨੀ ਜਿਸ ਬਾਰੇ ਕਿ ਹੁਣੇ ਤੁਸੀਂ ਦੱਸਿਆ ਕਾਫੀ ਕੁਛ ਵਧੀਆ ਹੈ, ਚੰਗੀਆਂ ਆਪਸ਼ਨਸ ਨੇ ਪੜ੍ਹਾਈ ਲਈ, ਕੰਮ ਲਈ, ਬਹੁਤ ਸਾਰੇ ਰਸਤੇ ਨੇ। ਸੋ ਆਖਿਰ ਕਿਉਂ ਸਟੂਡੈਂਟਸ ਇਹਨਾਂ ਆਪਸ਼ਨਸ ਵੱਲ ਇੰਨਾ ਫੋਕਸ ਨਹੀਂ ਕਰਦੇ? ਸੋ ਨੋਰਮਲੀ ਦੇਖੋ
ਆਪਣਾ ਜਿਹੜੀ ਗਾਈਡੈਂਸ ਹੈ ਉੱਥੇ ਤੱਕ ਹੀ ਸੀਮਿਤ ਰਹਿੰਦੀ ਹੈ ਜਿੰਨੀ ਕੁ ਨੌਲੇਜ ਕੰਸਲਟੈਂਟ ਨੂੰ ਹੁੰਦੀ ਹੈ। ਸੋ ਜਿੰਨੀ ਕੁ ਨੌਲੇਜ ਕੰਸਲਟੈਂਟ ਨੂੰ ਹੁੰਦੀ ਹੈ ਉਨੀ ਕੁ ਨੌਲੇਜ ਉਹ ਸਟੂਡੈਂਟ ਨੂੰ ਦੇ ਪਾਉਂਦਾ। ਹੁਣ ਮੇਰੇ ਕੋਲ ਤਾਂ ਇਦਾਂ ਦਾ ਸਟੂਡੈਂਟ ਵੀ ਆਇਆ ਹਰਜੋਤ ਕਿ 7 ਬੈਂਡ ਵਾਲਾ ਬੱਚਾ ਹੈ, ਉਹਨੂੰ ਕੈਨੇਡਾ 'ਚ ਪ੍ਰਾਈਵੇਟ ਕਾਲਜ 'ਚ ਅਪਲਾਈ ਕਰਾਤਾ। ਸੋ ਉਸ ਕੰਸਲਟੈਂਟ ਕੋਲ ਪ੍ਰਾਈਵੇਟ ਕਾਲਜ ਸੀ ਤਾਂ ਉਹਨੇ 7 ਬੈਂਡ ਵਾਲੇ ਨੂੰ ਪ੍ਰਾਈਵੇਟ ਕਾਲਜ ਲਈ ਕਨਵਿੰਸ ਹੋ ਗਿਆ। ਔਰ ਬੱਚਾ ਜਿਹੜਾ ਫਸਟ ਟਾਈਮ ਅਪਲਾਈ ਕਰਦਾ ਨਾ ਉਹ ਸਰਚ ਨਹੀਂ ਕਰਦਾ, ਉਹ ਸੋਚਦਾ ਕਿ ਚਲੋ ਉਹਨੂੰ ਕਿਤੋਂ ਰੈਫਰੈਂਸ ਮਿਲਿਆ ਤਾਂ ਉਹ ਪ੍ਰੋਸੀਡ ਕਰ ਲੈਂਦਾ। ਫਿਰ ਜਦੋਂ ਉਹਨੂੰ ਰਿਫਿਊਜ਼ਲ ਆਉਂਦੀ ਹੈ ਨਾ ਫਿਰ ਉਹ ਸਰਚ ਕਰਦਾ ਚੰਗੀ ਤਰ੍ਹਾਂ ਕਿ ਮੈਂ ਕਿੱਥੇ ਜਾਵਾਂ ਕਿੱਥੇ ਨਹੀਂ ਜਾਵਾਂ, ਕਿਹੜੇ ਕੰਸਲਟੈਂਟ ਚੂਜ਼ ਕਰਾਂ, ਕਿਹੜਾ ਕੰਸਲਟੈਂਟ ਮੈਨੂੰ ਸਹੀ ਗਾਈਡੈਂਸ ਕਰੇਗਾ। ਸੋ ਜਦੋਂ ਫਿਰ ਉਹਨੂੰ ਸਭ ਪਤਾ ਹੁੰਦਾ ਕਿ ਹੁਣ ਮੈਂ ਗਵਰਨਮੈਂਟ ਕਾਲਜ 'ਚ ਜਾਣਾ ਹੈ, ਹੁਣ ਮੈਂ ਫਲਾਣੇ ਕੰਸਲਟੈਂਟ ਕੋਲ ਜਾਣਾ ਹੈ, ਹੁਣ ਮੈਂ ਇਹ ਗਲਤੀ ਨਹੀਂ ਕਰਨੀ ਜਿਹੜੀ ਮੈਂ ਪਹਿਲੀ ਵਾਰੀ ਕਰ ਆਇਆ। ਸੋ ਸਟੂਡੈਂਟਸ ਔਰ ਉਹਨਾਂ ਪੇਰੈਂਟਸ ਨੂੰ ਕਹਾਂਗਾ ਕਿ ਤੁਸੀਂ ਕੋਈ ਵੀ ਦੇਖੋ, ਜਦੋਂ ਕੋਈ ਬੱਚਾ ਸਾਡੇ ਕੋਲ ਆਉਂਦਾ, ਹੁਣ 5.5 ਬੈਂਡ ਵਾਲਾ ਸਪੋਜ਼ ਬੱਚਾ ਸਾਡੇ ਕੋਲ ਆ ਜਾਏ, ਸੋ ਅਸੀਂ ਉਹਨੂੰ ਨਾ ਹੀ ਕੈਨੇਡਾ ਸਜੈਸਟ ਕਰ ਸਕਦੇ ਹਾਂ ਓਵਰਆਲ 5.5 ਬੈਂਡ ਵਾਲੇ ਨੂੰ, ਨਾ ਹੀ ਦੇਖੋ ਆਸਟ੍ਰੇਲੀਆ ਜਾ ਸਕਦਾ ਓਵਰਆਲ 5.5 ਬੈਂਡ ਵਾਲਾ ਬੱਚਾ, ਨਾ ਹੀ ਉਹ ਬੱਚਾ ਕੀ ਕਹਿੰਦੇ ਆ ਕਿਸੇ ਯੂਕੇ ਵੀ ਜਾ ਸਕਦਾ। ਅੱਜ ਦੀ ਡੇਟ 'ਚ ਯੂਕੇ ਵੀ ਓਵਰਆਲ 5.5 ਬੈਂਡ ਨੂੰ ਨਹੀਂ ਲੈ ਰਿਹਾ, ਓਵਰਆਲ 6 ਹੀ ਚਾਹੀਦੇ ਹੈਗੇ ਆ। ਸੋ ਬੱਚਾ ਇਹ 3 ਕੰਟਰੀ ਤਾਂ ਜਾ ਨਹੀਂ ਸਕਦਾ। ਹੁਣ ਉਹ ਕਹਿੰਦੇ ਕਿੱਥੇ ਜਾ ਸਕਦਾ ਜੀ? ਯੈਸ, ਜਰਮਨੀ ਜਾ ਸਕਦਾ, USA ਜਾ ਸਕਦਾ, ਨਿਊਜ਼ੀਲੈਂਡ 'ਚ ਕੁਝ ਕੋਰਸਿਸ ਓਪਨ ਹੈਗੇ ਉੱਥੇ ਜਾ ਸਕਦਾ। ਸੋ ਜਿੱਥੇ ਜਾ ਸਕਦਾ ਉਹੀ ਗਾਈਡ ਕੀਤਾ ਜਾਏਗਾ। ਨੋਰਮਲੀ ਕੀ ਹੋਏਗਾ ਕਿ ਜਦੋਂ 5.5 ਬੈਂਡ ਵਾਲਾ ਬੱਚਾ ਕਿਸੇ ਹੋਰ ਕੰਸਲਟੈਂਟ ਨੂੰ ਜਾਏਗਾ ਉਹ ਕਹੇਗਾ ਕਿਸੇ ਪ੍ਰਾਈਵੇਟ ਕਾਲਜ 'ਚ ਅਪਲਾਈ ਕਰ ਦਿੰਦੇ ਆ। ਸੋ ਨੁਕਸਾਨ ਤੁਹਾਡਾ। ਤੁਸੀਂ ਦੇਖੋ ਕਿ ਤੁਹਾਡੇ ਆਈਲੈਟਸ ਬੈਂਡ ਕਿੰਨੇ ਆ। ਦੂਜੀ ਚੀਜ਼ ਆਪਾਂ ਦੇਖਣੀ ਹੈ ਕਿ ਆਪਣਾ ਬਜਟ ਕਿੰਨਾ ਹੈ, ਮਤਲਬ ਕਿ ਆਪਾਂ ਕਿੰਨੇ ਪੈਸੇ ਖਰਚ ਕਰ ਸਕਦੇ ਹਾਂ। ਸਪੋਜ਼ ਕੋਈ ਮੇਰੇ ਕੋਲ 7 ਬੈਂਡ ਹੈ ਪਰ ਮੈਂ ਤਾਂ 3 ਲੱਖ ਰੁਪਏ ਖਰਚ ਕਰਨਾ ਸਿਰਫ, ਤੇ ਉਹ ਬੱਚਾ ਕਿੱਥੇ ਜਾਏਗਾ? ਉਹ ਤਾਂ ਕਿਤੇ ਵੀ ਨਹੀਂ ਜਾ ਸਕਦਾ। ਭਾਵੇਂ 7 ਬੈਂਡ ਆ ਚੁੱਕੇ ਆ ਤੁਹਾਡੇ ਪਰ ਤੁਹਾਡਾ ਬਜਟ ਹੀ 3-4 ਲੱਖ ਰੁਪਏ ਦਾ ਹੈ, ਤਾਂ ਕਿੱਥੇ ਜਾਓਗੇ? ਮੈਂ ਉਸ ਬੱਚੇ ਨੂੰ ਕਹਾਂਗਾ ਭਾਵੇਂ ਬੇਟਾ ਤੁਹਾਡੇ 7 ਬੈਂਡ ਹੈ ਤੁਸੀਂ ਸਿੰਗਾਪੁਰ ਜਾ ਸਕਦੇ ਹੋ, ਬਿਕੋਜ਼ ਤੁਹਾਡੇ ਕੋਲ ਪੈਸੇ ਹੀ ਨਹੀਂ ਹੈਗੇ, ਤੁਹਾਡਾ ਬਜਟ। ਸੋ ਸਭ ਤੋਂ ਇੰਪੋਰਟੈਂਟ ਹੈਗਾ ਆਈਲੈਟਸ, ਉਸ ਤੋਂ ਇੰਪੋਰਟੈਂਟ ਹੈਗਾ ਤੁਹਾਡੇ ਕੀ ਕਹਿੰਦੇ ਆ ਬਜਟ, ਉਸ ਤੋਂ ਇੰਪੋਰਟੈਂਟ ਹੈਗਾ ਤੁਹਾਡੇ ਮਾਰਕਸ। ਸੋ ਇਹ 3 ਚੀਜ਼ਾਂ 'ਤੇ ਅਸੀਂ ਇਵੈਲੂਏਟ ਕਰ ਸਕਦੇ ਹਾਂ ਕਿ ਤੁਸੀਂ ਕਿਹੜੇ ਕੰਟਰੀ ਜਾ ਸਕਦੇ ਹੋ। ਸੋ ਸਟੂਡੈਂਟਸ ਇਹੀ ਚੀਜ਼ਾਂ ਤਾਂ ਆਪਾਂ ਖਿਆਲ ਰੱਖਣਾ। ਸੋ ਇਹੀ ਚੀਜ਼ ਤੁਹਾਨੂੰ ਕਿੱਦਾਂ ਸਮਝਾਉਂਦਾ ਹੈ, ਕੋਈ ਕਿੱਦਾਂ ਨਹੀਂ ਸਮਝਾਉਂਦਾ। ਨੋਰਮਲੀ ਕੰਸਲਟੈਂਟ ਕਹਿੰਦਾ ਤੁਹਾਡੇ ਕੋਲ 3 ਲੱਖ ਰੁਪਈਆ, ਚਲੋ ਮੇਰਾ ਕੰਮ ਬਣ ਗਿਆ। ਸੋ ਉਹ ਤੁਸੀਂ 3 ਲੱਖ ਰੁਪਏ ਮੈਨੂੰ ਦੇ ਦਿਓ, ਫਿਰ ਦੇਖਦੇ ਹਾਂ ਅੱਗੇ ਕੀ ਕਰਨਾ। ਸੋ ਇਦਾਂ ਨਹੀਂ ਹੈ। ਉਹ 3 ਲੱਖ 'ਚ ਤੁਹਾਡੀ ਟਿਊਸ਼ਨ ਫੀਸ ਹੋਣੀ ਚਾਹੀਦੀ ਹੈ। ਸੋ ਜੇ ਤੁਹਾਡੇ ਕੋਲ 3 ਲੱਖ ਰੁਪਈਆ ਤਾਂ ਉਹ ਟਿਊਸ਼ਨ ਫੀਸ ਹੋਣੀ ਚਾਹੀਦੀ ਹੈ ਤੁਹਾਡੇ ਕੋਲ, ਕਿ ਤੁਸੀਂ ਟਿਊਸ਼ਨ ਫੀਸ ਕਿੱਦਾਂ ਦੇਣੀ ਹੈ, ਉੱਥੇ ਜਾ ਕੇ ਰਹਿਣਾ ਖਾਣਾ ਕਿੱਦਾਂ। ਅੱਜ ਕੱਲ੍ਹ ਜੇ ਕੈਨੇਡਾ ਦੀ ਗੱਲ ਕਰੀਏ ਤਾਂ 1.25 ਲੱਖ ਤੋਂ 1.5 ਲੱਖ ਦੀ ਤਾਂ ਪੀਕ ਸੀਜ਼ਨ 'ਤੇ ਇੱਕ 1 ਵੇ ਟਿਕਟ ਆ ਰਹੀ ਹੈ। ਅਸੀਂ ਗੱਲ ਕਰੀਏ ਜਦੋਂ ਬੱਚੇ ਹੁਣ ਮਈ ਇਨਟੇਕ ਨੇੜੇ ਆ ਗਿਆ, April ਚੜ੍ਹਨ ਵਾਲਾ ਹੈ, ਤਾਂ April 'ਚ ਹੁਣ ਜੇ ਵੱਡੇ ਬੱਚੇ ਹੁਣ ਟਰੈਵਲ ਕਰਨਗੇ ਜਿਨ੍ਹਾਂ ਦੇ ਵੀਜ਼ਾ ਹੁਣ ਆ ਰਹੇ ਆ, ਜਿਨ੍ਹਾਂ ਨੇ ਮਈ ਇਨਟੇਕ ਲਈ ਜਾਣਾ ਹੈ, ਤਾਂ 1.25 ਲੱਖ ਰੁਪਏ ਦੀ 1 ਵੇ ਟਿਕਟ ਲੈ ਕੇ ਜਾਣਗੇ। ਸੋ ਸਟੂਡੈਂਟ ਸਭ ਤੋਂ ਇੰਪੋਰਟੈਂਟ ਹੈਗਾ ਤੁਹਾਡਾ ਬਜਟ। ਸੋ ਅਗਲੇ ਸ਼ੋਅ 'ਚ ਅਸੀਂ ਕੋਸ਼ਿਸ਼ ਕਰਾਂਗੇ ਹਰਜੋਤ ਕੀ ਬਜਟਿੰਗ 'ਤੇ ਹੀ ਗੱਲ ਕਰੀਏ ਕਿ ਕਿਹੜੇ ਕੰਟਰੀਜ਼ 'ਚ ਕਿੰਨੇ ਕੁ ਪੈਸੇ ਲੱਗ ਰਹੇ ਨੇ, ਕਿੱਦਾਂ ਬੱਚੇ ਜਾ ਸਕਦੇ ਆ, ਕਿੱਦਾਂ ਫੀਸ ਪੇ ਕਰਨੀ ਹੈ, ਕਿੱਦਾਂ ਅਸੀਂ ਕੀ ਕਹਿੰਦੇ ਆ ਕਿਹੜੀ ਲਿਵਿੰਗ ਕਾਸਟ ਕਿੱਦਾਂ ਜਾਂ ਕਿੱਦਾਂ ਦਾ ਮਾਹੌਲ ਹੈਗਾ ਬਾਕੀ ਕੰਟਰੀਆਂ। ਬਿਲਕੁਲ ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਜੋ ਸਟੂਡੈਂਟਸ ਔਰ ਪੇਰੈਂਟਸ ਦੋਵੇਂ ਹੀ ਪੂਰਾ ਡਿਟੇਲ ਵਿੱਚ ਸਮਝਣਾ ਚਾਹੁੰਦੇ ਨੇ। ਅੱਗੋਂ ਜ਼ਰੂਰ ਇਸ ਉੱਪਰ ਵੀ ਅਸੀਂ ਖਾਸ ਸ਼ੋਅ ਕਰਾਂਗੇ। ਫਿਲਹਾਲ ਇੱਕ ਵਾਰੀ ਫਿਰ ਤੋਂ ਮੈਂ ਜ਼ਰੂਰ ਚਾਹੂੰਗੀ ਕਿ ਆਪਾਂ ਸੈਮੀਨਾਰਸ ਨੂੰ ਲੈ ਕੇ ਸਟੂਡੈਂਟਸ ਨੂੰ ਥੋੜਾ ਹੋਰ ਦੱਸ ਦਈਏ ਜਿਹੜੇ 21 ਅਪ੍ਰੈਲ ਤੋਂ ਲੈਂਡਮਾਰਕ ਇਮੀਗ੍ਰੇਸ਼ਨਸ ਵੱਲੋਂ ਆਰਗੇਨਾਈਜ਼ ਕੀਤੇ ਜਾ ਰਹੇ ਨੇ। ਸੋ ਮੈਂ ਇੱਥੇ ਵੀ ਕਲੀਅਰ ਕਰਨਾ ਚਾਹੂੰਗੀ ਕਿ ਇੱਥੇ ਸਪੈਸ਼ਲੀ ਸਿਰਫ ਕੈਨੇਡਾ ਤੇ ਫੋਕਸ ਹੋ ਰਿਹਾ ਹੈ। ਇੱਥੇ ਸਟੂਡੈਂਟਸ ਫਰੈਸ਼ ਪ੍ਰੋਫਾਈਲਸ ਦੇ ਨਾਲ ਜਿਨ੍ਹਾਂ ਦੀ ਰਿਫਿਊਜ਼ਲ ਆ ਚੁੱਕੀਆਂ ਨੇ, ਜਿਨ੍ਹਾਂ ਦਾ ਗੈਪ ਹੈ, ਜਾਂ ਜਿਹੜੇ ਸਪਾਊਸ ਵੀਜ਼ਾ ਦੀ ਵੀ ਫਾਈਲ ਲਗਾਉਣਾ ਚਾਹੁੰਦੇ ਨੇ, ਉਹ ਸਾਰੇ ਵੀ ਆਣਗੇ। ਉਹਨਾਂ ਲਈ ਵੀ ਢੇਰ ਸਾਰੀਆਂ ਆਪਸ਼ਨ ਹੋਣਗੀਆਂ। ਸੋ ਇਹਨਾਂ ਸੈਮੀਨਾਰਸ ਵਿੱਚ ਜਿਹੜੇ ਤਾਂ ਫਰੈਸ਼ ਪਾਸ ਆਊਟ ਬੱਚੇ ਆ ਉਹਨਾਂ ਲਈ ਤਾਂ ਬਿਲਕੁਲ ਗਾਈਡੈਂਸ ਮਿਲੇਗੀ ਕਿ ਪਹਿਲੀ ਵਾਰੀ ਜਿਹਨਾਂ ਨੇ ਆਪਣਾ ਕੇਸ ਲਾਣਾ ਹੈ ਉਹਨਾਂ ਨੂੰ ਗਾਈਡੈਂਸ ਮਿਲੇਗੀ। ਸੋ ਜਿਹੜੇ ਕੋਈ ਮਲਟੀਪਲ ਰਿਫਿਊਜ਼ਲ ਵੀ ਜਿਹਨੂੰ ਆ ਸਕੀ ਹੈ ਜਾਂ ਕਿਸੇ ਦਾ ਕੋਈ ਗੈਪ ਹੈਗਾ, ਸੋ ਆਪਾਂ ਕਾਲਜ ਵੱਲੋਂ ਪੁੱਛ ਲਾਂਗੇ, ਹਾਂਜੀ ਤੁਹਾਡਾ 5 ਸਾਲ ਦਾ ਗੈਪ ਹੈ, ਕਾਲਜ ਐਕਸੈਪਟ ਕਰਦਾ 5 ਸਾਲ ਦਾ ਗੈਪ? ਹਾਂ, ਯੂਨੀਵਰਸਿਟੀ ਦੇ ਨੁਮਾਇੰਦੇ ਤੋਂ ਪੁੱਛਾਂਗੇ 15 ਸਾਲ ਦਾ ਗੈਪ ਹੈ। ਮੈਂ ਤਾਂ ਸ਼ੋਅ 'ਤੇ ਆ ਕੇ ਰੋਜ਼ ਕਹਿੰਦਾ ਕਿ 15 ਸਾਲ ਦਾ ਐਕਸਪੀਰੀਅੰਸ ਹੈ, ਤੁਸੀਂ ਕੈਨੇਡਾ ਜਾ ਸਕਦੇ ਹੋ। ਬਟ ਆਪਾਂ ਯੂਨੀਵਰਸਿਟੀ ਦੇ ਨੁਮਾਇੰਦੇ ਤੋਂ ਵੈਰੀਫਾਈ ਕਰ ਲਾਂਗੇ, ਕਿਉਂਕਿ ਯੂਨੀਵਰਸਿਟੀ ਜੇ ਕਹਿ ਰਹੀ ਹੈ ਤਾਂ ਇਹਦਾ ਮਤਲਬ ਤੁਸੀਂ ਜਾ ਸਕਦੇ ਹੋ ਨਾ। ਤਾਂ ਯੂਨੀਵਰਸਿਟੀ ਤੁਹਾਨੂੰ ਆਫਰ ਲੈਟਰ ਤਾਂ ਹੀ ਦੇਗੀ, ਕਿਉਂਕਿ ਮੈਨੂੰ ਤਾਂ ਸੁਣਨ 'ਚ ਇਹ ਵੀ ਆਉਂਦਾ ਕਿ ਆਫਰ ਲੈਟਰ ਵੀ ਨਕਲੀ ਛਪ ਜਾਂਦੀ ਹੈ। ਸੋ ਮੈਂ ਇਹਦੇ ਬਾਰੇ ਕਦੀ ਸੋਚਿਆ ਨਹੀਂ ਸੀ, ਪਰ ਕੁਝ ਬੱਚੇ ਮੈਨੂੰ ਇੱਦਾਂ ਦੇ ਵੀ ਅਪਰੋਚ ਕਰ ਰਹੇ ਨੇ ਕਿ ਸਰ ਸਾਡੀ ਆਫਰ ਲੈਟਰ ਨਕਲੀ ਦੇਤੀ ਏਜੰਟ ਨੇ। ਸੋ ਸਟੂਡੈਂਟ ਇਹ ਬਹੁਤ ਸਮਾਂ ਹੈਗਾ ਕਿ ਸਾਨੂੰ ਇੱਕ ਸਹੀ ਗਾਈਡੈਂਸ ਲੈ ਲਈਏ, ਆਪਾਂ ਸਹੀ ਤਰੀਕੇ ਚੱਲ ਪਈਏ, ਬਿਕੋਜ਼ ਬਹੁਤ ਜ਼ਿਆਦਾ ਜਿਹਨੂੰ ਅਸੀਂ ਗੱਲ ਕਰੀਏ ਕਿ ਮਿਸ ਗਾਈਡੈਂਸ ਚੱਲ ਰਹੀ ਹੈ ਮਾਰਕੀਟ ਦੇ ਅੰਦਰ, ਐਂਡ ਸਾਰਿਆਂ ਨੂੰ ਲੱਗਦਾ ਹੈ ਕਿ ਆਪਾਂ ਐਕਸਪਲੋਇਟ ਕਰੀਏ ਕਿ ਇੱਕ ਛੋਟੇ ਜਿਹੀ ਚੀਜ਼ ਦੇ ਲਈ ਕਿ ਆਪਾਂ ਹੁਣ ਦਾ ਆਪਣਾ ਸਹਾਰਾ ਲਈਏ ਬਸ। ਸੋ ਸਟੂਡੈਂਟ ਇੱਕ ਬਹੁਤ
ਤੁਹਾਡੇ ਕਰੀਅਰ ਦੇ ਨਾਲ ਖਿਲਵਾੜ ਨਾ ਹੋਏ, ਇਸ ਲਈ ਤੁਸੀਂ ਕਾਲਜ ਦੇ ਨੁਮਾਇੰਦੇ ਨੂੰ ਮਿਲੋ, ਉੱਥੋਂ ਵੈਰੀਫਾਈ ਕਰੋ ਕਾਲਜ ਦੇ ਨੁਮਾਇੰਦੇ ਨੂੰ ਮਿਲ ਕੇ ਕਿ ਯੈਸ ਯੂ ਆਰ ਐਲੀਜੀਬਲ, ਯੂ ਕੈਨ ਅਪਲਾਈ, ਤੁਹਾਨੂੰ ਕੋਈ ਡਾਊਟ ਨਹੀਂ ਹੋਣਾ ਚਾਹੀਦਾ। ਔਰ ਮੈਂ ਸੈਮੀਨਾਰ 'ਚ ਜਿੰਨੇ ਵੀ ਕੇਸ ਸਾਡੇ ਨਾਲ ਜਿਹੜੇ ਅਪਲਾਈ ਕਰਨਗੇ ਉਹਨਾਂ ਤੋਂ ਅਸੀਂ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਲਵਾਂਗੇ, ਨਾ ਹੀ ਆਫਟਰ ਵੀਜ਼ਾ ਨਾ ਹੀ ਬਿਫੋਰ ਵੀਜ਼ਾ। ਸੋ ਤੁਸੀਂ ਸਾਡੇ ਸੈਮੀਨਾਰ ਦਾ ਹਿੱਸਾ ਬਣੋ। ਐਂਡ ਜਿਹੜੇ ਹੁਸ਼ਿਆਰ ਬੱਚੇ ਆ 90% ਤੋਂ ਉੱਤੇ ਵਾਲੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਕੈਨੇਡਾ ਵਿੱਚ ਲੈਪਟਾਪ ਦਿੱਤਾ ਜਾਏਗਾ। ਸੋ ਜਿਹੜੇ 90% ਤੋਂ ਉੱਤੇ ਬੱਚੇ ਜਿਹੜੇ ਵੀ ਅਪਲਾਈ ਕਰਨਗੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਲੈਪਟਾਪ ਦਿੱਤਾ ਜਾਏਗਾ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ। ਸੋ ਇੱਕ ਛੋਟਾ ਜਿਹਾ ਸਾਡੇ ਵੱਲੋਂ ਐਫਰਟ ਹੈ ਕਿ ਬੱਚੇ ਜਿਹੜੇ ਹੁਸ਼ਿਆਰ ਹੈਗੇ ਉਹਨਾਂ ਨੂੰ ਅਸੀਂ ਸਪੋਰਟ ਕਰ ਸਕੀਏ। ਐਂਡ 16 ਸਾਲ ਦੀ ਸਾਡੀ ਜਿਹੜੀ ਇਹ ਜਰਨੀ ਹੈ ਬਹੁਤ ਵਧੀਆ ਰਹੀ ਹੈ ਔਰ ਸਾਰਾ ਕੁਝ ਸਪੋਰਟ ਅਸੀਂ ਕਹੀਏ ਕਿ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ ਕਿ ਬੱਚਿਆਂ ਨੇ ਸਾਨੂੰ ਸਪੋਰਟ ਕੀਤਾ, ਉਹਨਾਂ ਦੇ ਪੇਰੈਂਟਸ ਨੇ ਸਾਨੂੰ ਸਪੋਰਟ ਕੀਤਾ। ਸੋ ਇੱਕ ਸਾਡੇ ਵੱਲੋਂ ਇੱਕ ਇਹ ਹੈ ਕਿ ਜਿਹੜੇ ਬੱਚੇ ਉੱਥੇ ਜਾਣਗੇ ਤਾਂ ਉਹਨਾਂ ਨੂੰ ਲੈਂਡਮਾਰਕ ਇਮੀਗ੍ਰੇਸ਼ਨ ਸਪੋਰਟ ਕਰੇਗਾ। ਜੀ 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 ਬਿਲਕੁਲ। ਸੋ ਅਸੀਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਤੇ ਡਿਟੇਲਸ ਆਪਾਂ ਸੈਮੀਨਾਰਸ ਦੀਆਂ ਲਗਾਤਾਰ ਦੇ ਰਹੇ ਹਾਂ। 21 ਅਪ੍ਰੈਲ ਤੋਂ ਇਹ ਸੈਮੀਨਾਰ ਸ਼ੁਰੂ ਹੋ ਰਹੇ ਨੇ। ਕਿੱਥੇ ਕਿਹੜਾ ਜਗ੍ਹਾ ਤੁਸੀਂ ਪਹੁੰਚਣਾ ਹੈ, ਜਿੱਥੇ ਤੁਹਾਨੂੰ ਨੇੜੇ ਲੱਗਦਾ। ਸੋ ਤੁਸੀਂ ਜ਼ਰੂਰ ਟਾਈਮ ਤੇ ਦਿਨ ਜਿਹੜਾ ਨੋਟ ਕਰਕੇ ਰੱਖ ਲਓ ਤੇ ਇੱਥੇ ਜ਼ਰੂਰ ਪਹੁੰਚੋ। ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਹੋ ਸਕੇ। ਕਾਲਜਿਸ ਅਤੇ ਯੂਨੀਵਰਸਿਟੀਜ਼ ਦੇ ਜਦੋਂ ਨੁਮਾਇੰਦਿਆਂ ਨੂੰ ਤੁਸੀਂ ਮਿਲੋਗੇ ਤੇ ਤੁਹਾਨੂੰ ਪਤਾ ਚੱਲੇ ਕਿਹੜੀ ਆਪਸ਼ਨਸ ਤੁਹਾਡੇ ਲਈ ਅਵੇਲੇਬਲ ਨੇ ਤੇ ਜਿੱਥੇ ਅਪਲਾਈ ਕਰਕੇ ਤੁਸੀਂ ਆਪਣਾ ਸਟੱਡੀ ਵੀਜ਼ਾ ਹਾਸਲ ਕਰ ਸਕਦੇ ਹੋ। ਸੋ ਜਾਂਦੇ ਸਰ ਤੁਹਾਡੇ ਤੋਂ ਜ਼ਰੂਰ ਇੱਕ ਮੈਸੇਜ ਚਾਹਾਂਗੇ ਸਟੂਡੈਂਟਸ ਲਈ ਜਿਹੜੇ ਹਾਲੇ ਅਪਲਾਈ ਕਰਨ ਬਾਰੇ ਸਿਰਫ ਸੋਚ ਰਹੇ ਨੇ ਜਾਂ ਫਿਰ ਮਨ ਨਹੀਂ ਬਣਾ ਪਾ ਰਹੇ ਅਸੀਂ ਕਿੱਥੇ ਅਪਲਾਈ ਕਰੀਏ। ਸੋ ਦੇਖੋ ਕੈਨੇਡਾ ਟੌਪ ਡੈਸਟੀਨੇਸ਼ਨ ਹੈ। ਸੋ ਮੈਂ ਇਹਦੇ ਵਿੱਚ ਇਹ ਨਹੀਂ ਗੱਲ ਕਿ ਮੈਂ ਕੈਨੇਡਾ ਕਰਦਾ ਜਾਂ ਮੇਰੀ ਕੈਨੇਡਾ 'ਚ ਐਕਸਪਰਟਾਈਜ਼ ਹੈ, ਇਸ ਗੱਲ ਨਹੀਂ ਹੈਗੀ। ਬਟ ਮੈਂ ਸਟੂਡੈਂਟ ਦਾ ਫਿਊਚਰ ਦੇਖਿਆ ਉੱਥੇ ਜਾ ਕੇ। ਮੈਂ ਦੇਖਿਆ ਕਿ ਜਿਵੇਂ ਕੋਈ ਅੱਜ 18 ਸਾਲ ਦਾ ਬੱਚਾ ਕੈਨੇਡਾ ਜਾਂਦਾ ਹੈ ਤਾਂ 23 ਸਾਲ ਦੀ ਉਮਰ 'ਚੋਂ ਕੈਨੇਡਾ ਦਾ PR ਹੈ ਜਾਂ 22 ਸਾਲ ਦੀ ਉਮਰ 'ਚ ਕੈਨੇਡਾ ਦਾ PR ਹੈ। ਉਹ 23 ਸਾਲ ਦੀ ਉਮਰ 'ਚ ਘਰ ਵੀ ਖਰੀਦ ਲੈਂਦਾ, ਗੱਡੀ ਵੀ ਲੈ ਲੈਂਦਾ। ਸੋ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਬੱਚਾ ਸੈਟਲ ਹੋ ਰਿਹਾ। ਸੋ ਵੇਅਰਐਜ਼ ਜੇ ਤੁਸੀਂ ਕਿਸੇ ਹੋਰ ਕੰਟਰੀਜ਼ ਨਾਲ ਕੰਪੇਅਰ ਕਰਦੇ ਆ ਤਾਂ ਸੈਟਲਮੈਂਟ ਇੰਨੀ ਆਸਾਨ ਨਹੀਂ ਹੈਗੀ, ਚਾਹੇ ਆਪਾਂ ਕਿਸੇ ਵੀ ਕੰਟਰੀ ਨਾਲ ਕੰਪੇਅਰ ਕਰ ਲਈਏ। ਸੋ ਸਟੂਡੈਂਟ ਹਰ ਬੱਚੇ ਨੂੰ ਮੈਂ ਇਹੀ ਐਡਵਾਈਸ ਕਰਾਂਗੀ, ਫਰਸਟ ਚੋਇਸ ਸ਼ੁੱਡ ਬੀ ਕੈਨੇਡਾ, ਸੈਕਿੰਡ ਚੋਇਸ ਕੈਨ ਬੀ ਆਸਟ੍ਰੇਲੀਆ ਐਂਡ ਥਰਡ ਚੋਇਸ ਕੈਨ ਬੀ USA ਬਿਕੋਜ਼ USA 'ਚ ਵੀ ਜਿਹੜੀਆਂ ਜੌਬ ਅਪਰਚੁਨਿਟੀਜ਼ ਹੈਗੀਆਂ ਬਹੁਤ ਅੱਛੀਆਂ। ਐਂਡ ਯੂਰਪ ਵੀ ਆਪਾਂ ਜ਼ਰੂਰ ਦੇਖੀਏ ਕਿਉਂਕਿ ਯੂਰਪ ਵੀ ਇੱਕ ਮੈਂ ਕਹਾਂਗਾ ਕਿ ਬਹੁਤ ਹੀ ਅੱਛੀ ਆਪਸ਼ਨ ਹੈਗੀ ਹੈ ਔਰ ਸੈਟਲਮੈਂਟ ਵੀ ਆਸਾਨ ਹੈਗੀ ਹੈ। ਜੀ ਜੀ ਜੀ। ਸੋ ਬਹੁਤ ਬਹੁਤ ਥੈਂਕਸ ਸਰ ਕਿ ਅੱਜ ਕਾਫੀ ਡਿਟੇਲਸ ਤੁਸੀਂ ਹਰ ਵਾਰੀ ਵੈਸੇ ਕਈ ਐਸੇ ਪੁਆਇੰਟਸ ਦੱਸਦੇ ਹੋ ਜੋ ਸਟੂਡੈਂਟਸ ਅਗਰ ਧਿਆਨ ਵਿੱਚ ਰੱਖਣ ਤਾਂ ਬਹੁਤ ਸਾਰੀਆਂ ਰੁਕਾਵਟਾਂ ਤੋਂ ਬਹੁਤ ਸਾਰੀਆਂ ਗਲਤੀਆਂ ਤੋਂ ਬਚਦੇ ਹੋਏ ਵਧੀਆ ਢੰਗ ਨਾਲ ਆਪਣਾ ਵੀਜ਼ਾ ਹਾਸਲ ਕਰ ਸਕਦੇ ਨੇ। ਬਾਕੀ ਲਗਾਤਾਰ ਨੰਬਰ ਡਿਸਪਲੇ ਜੀ, ਤੁਹਾਡਾ ਆਪਣਾ ਕੋਈ ਸਵਾਲ ਹੈ ਇਸ 'ਤੇ ਕਾਲ ਕਰਕੇ ਜ਼ਰੂਰ ਲੈਂਡਮਾਰਕ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਹੋ। ਜਲਦੀ ਹੀ ਆਵਾਂਗੇ ਇੱਕ ਹੋਰ ਸ਼ੋਅ ਦੇ ਨਾਲ, ਕੁਝ ਹੋਰ ਇਨਫੋਰਮੇਟਿਵ ਗੱਲਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਾਂਗੇ। ਫਿਲਹਾਲ ਦੇ ਲਈ ਸਾਨੂੰ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ। Hello everyone, this is Suchan Singh. Today I have received my visa stamp and I'm extremely happy with all the faculty members who gave me this wonderful opportunity and this wonderful gift as well. I'm thankful to God as well because this is all because of him. Special thanks to Meena Thakur ma'am. She really helped me and guided me throughout my journey. And this was a fresh case. I received my visa in first attempt. My overall band score was 6.5 and I have applied in Niagara College on the Lake campus and my course is International Business Management. Thank you. Hello, my name is Parvjot Kaur. I get a 6.5 band in my IELTS exam and now I have experience of Landmark as I get a second time a visa of Landmark because first time it was a refusal but second time I get the visa. So it was a very wonderful experience with the Landmark as everything they did and I think it is a best decision which I made to choose a Landmark Immigration. Thank you. हेलो फ्रेंड्स, दिस इज रुचा भाटिया, डायरेक्टर ऑफ लैंडमार्क इमिग्रेशन। आज हमारे साथ अंजलि हैं। बहुत ज़्यादा खुशी हो रही है अंजलि, आपको वीज़ा लग गया। तो आपका स्पाउस डिपेंडेंट वीज़ा लगा है, तो आपके हस्बैंड का वीज़ा हमारे से लगा था। वो कब गए थे कनाडा? 8 सितंबर 8 सितंबर को गए थे। 16 सितंबर 16, कोई बात नहीं, वो तो कोई प्रॉब्लम नहीं है, बट वो पिछले साल गए ना। ओके, दैट्स वेरी नाइस। तो आपको कैसी खुशी आ रही है, आपका वीज़ा लग गया? बहुत खुशी है। बहुत खुशी हो रही है, तब से आप वेट कर रहे होंगे कि कब अपने हस्बैंड के पास जाएंगे, है ना। और आपकी सर्विसेज कैसी रही मैम? बहुत अच्छी थी। अच्छा। 20 डेज में वीज़ा 20 डेज में वीज़ा लग के आ गया। तो आपको खुशी कैसी हो रही है मैम? बहुत ज़्यादा अपने हस्बैंड से मिलने की हो रही है। दैट्स वेरी गुड। कुछ आप कहना चाहते हो कि लाइक लैंडमार्क के बारे में कि उनको लैंडमार्क क्यों चूज़ करना चाहिए अगर किसी ने स्पाउस डिपेंडेंट या स्टडी वीज़ा अप्लाई करना है?
थोड़ा सा गाइड कर दो, कुछ भी कह दो, बस एक दो शब्द की। आई कैन इमेजिन कि आप बहुत खुश हो, अभी क्लाउड 9 पे हो, आपको बहुत अच्छा लग रहा है। थोड़ा सा कुछ कि आपकी सर्विसेज अच्छी रही। हाँ जी। आपकी सर्विसेज कहाँ पे केस लगाया था आपने? लुधियाना। लुधियाना में। कौन था आपको जो डील कर रहे थे? ज्योति मैम। ज्योति मैम। तो उन्होंने आपको सही तरीके गाइड किया, आपको कोई प्रॉब्लम तो नहीं आई? तो आपका वीज़ा भी 15-20 दिन में लग के आ गया। ओके गाइस, सो वी हैव अ सक्सेस स्टोरी ऑफ अंजलि. शी हैज गॉट अ स्पाउस डिपेंडेंट वीज़ा. हर हस्बैंड वेंट लास्ट ईयर, so she is very happy. So you can come for any type of a services, study visa and then spouse case or any type of temporary visas. Thank you so much. ਸਤਿ ਸ਼੍ਰੀ ਅਕਾਲ, ਮੇਰਾ ਨਾਮ ਮਹਿਕਦੀਪ ਕੌਰ ਹੈ ਅਤੇ ਮੈਂ ਰੀਸੈਂਟਲੀ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਆਪਣੀ ਫਾਈਲ ਅਪਲਾਈ ਕੀਤੀ ਸੀ ਅਤੇ ਮੇਰਾ ਵੀਜ਼ਾ ਆਇਆ ਫॉर ਸੈਪਟੈਂਬਰ 2023 ਫॉर ਸ਼ੈਰੀਡਨ ਕਾਲਜ ਐਂਡ ਮੇਰਾ ਐਕਸਪੀਰੀਅੰਸ ਲੈਂਡਮਾਰਕ ਇਮੀਗ੍ਰੇਸ਼ਨ ਨਾਲ ਬਹੁਤ ਵਧੀਆ ਰਿਹਾ ਐਂਡ ਮੇਰੇ ਫਸਟ ਟਾਈਮ 'ਚ ਹੀ ਵੀਜ਼ਾ ਆ ਗਿਆ, ਸੋ ਆਈ ਐਮ ਵੈਰੀ ਗ੍ਰੇਟਫੁਲ ਫॉर